ਵੀਰ ਹਰਜੀਤ ਸਿੰਘ ਜੀ ਸਾਡੇ ਨਾਲ ਗੁਰਬਾਣੀ ਹਰ ਸੋਮਵਾਰ ਵੀਰ ਹਰਜੀਤ ਸਿੰਘ ਜੀ ਸਾਡੇ ਨਾਲ ਗੁਰਬਾਣੀ ਵਿੱਚ ਆਏ ਸੰਕੇਤਕ ਸ਼ਬਦਾਂ ਦੀ ਵਿਆਖਿਆ ਸਾਂਝੀ ਕਰਦੇ ਆ ਰਹੇ ਹਨ। ਉਸੇ ਲੜੀ ਦੇ ਵਿੱਚ ਅੱਜ ਅਗਲਾ ਭਾਗ ਸਾਡੇ ਨਾਲ ਸਾਂਝਾ ਕਰਨਗੇ। ਉਹਨਾਂ ਨੂੰ ਬੇਨਤੀ ਹੈ ਕਿ ਅੱਜ ਦੀ ਵਿਚਾਰ ਆਰੰਭ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਪਿਆਰਿਓ, ਗੁਰਬਾਣੀ ਵਿੱਚ ਆਏ ਹੋਏ ਸੰਕੇਤਕ ਸ਼ਬਦ ਜਿਨ੍ਹਾਂ ਦੀ ਅਸੀਂ ਲੜੀਵਾਰ ਵਿਚਾਰ ਕਰ ਰਹੇ ਹਾਂ। ਪਿਛਲੇ ਹਫ਼ਤੇ ਨੰਨੇ ਤੋਂ ਸ਼ੁਰੂ ਹੋਣ ਵਾਲੇ ਅੱਖਰਾਂ ਦੀ ਵਿਚਾਰ ਅਸੀਂ ਸ਼ੁਰੂ ਕੀਤੀ ਹੈ, ਔਰ ਜੋ ਆਖਰੀ ਸ਼ਬਦ ਅਸੀਂ ਕੀਤਾ ਉਹ ਨਵਾਜ਼ ਦੇ ਉੱਤੇ ਸੀ, ਨਮਾਜ਼। ਉਸ ਤੋਂ ਬਾਅਦ ਅੱਜ ਦਾ ਸ਼ਬਦ ਨਰਸਿੰਘ ਦੇ ਉੱਤੇ ਸ਼ੁਰੂ ਹੁੰਦਾ ਹੈ। ਜਿਹੜੀ ਸ਼ਬਦਾਵਲੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸਤੇਮਾਲ ਕੀਤੀ ਗਈ ਹੈ, ਉਹਦਾ ਪਿਛੋਕੜ ਕੀ ਹੈ, ਉਹਨੂੰ ਕਿਉਂ ਸ਼ਾਮਿਲ ਕੀਤਾ ਗਿਆ, ਕਿਸ ਢੰਗ ਦੇ ਨਾਲ ਉਹ ਇਸਤੇਮਾਲ ਹੋਈ ਹੈ, ਉਹਦੇ ਭਾਵ ਅਰਥ ਕੀ ਹਨ, ਗੁਰਬਾਣੀ ਵਿੱਚ ਕਿੱਥੇ ਉਹਨਾਂ ਨੂੰ ਵਰਤਿਆ ਗਿਆ ਹੈ, ਇਹ ਕੁਝ ਵਿਚਾਰਾਂ ਨਾਲ ਨਾਲ ਅਸੀਂ ਕਰ ਰਹੇ ਹਾਂ। ਜੋ ਸੰਕੇਤ ਘੋਸ਼ ਪਿਆਰਾ ਸਿੰਘ ਪਦਮ ਦਾ ਲਿਖਿਆ ਹੋਇਆ ਸਾਨੂੰ ਮਿਲਦਾ ਹੈ ਪੰਜਾਬੀ ਯੂਨੀਵਰਸਿਟੀ ਦਾ। ਉਸ ਤੋਂ ਇਲਾਵਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿੱਥੇ ਜਿੱਥੇ ਸ਼ਬਦਾਵਲੀ ਹੈ, ਉਹ ਨਾਲ ਲੈ ਕੇ ਅਸੀਂ ਵਿਚਾਰ ਕਰ ਰਹੇ ਹਾਂ। ਤਾਂ ਅੱਜ ਦਾ ਜੋ ਪਹਿਲਾ ਸ਼ਬਦ ਹੈ ਨਰਸਿੰਘ। ਨਰਸਿੰਘ ਨੂੰ ਵਿਸ਼ਨੂੰ ਦਾ ਅਵਤਾਰ ਮੰਨਿਆ ਜਾਂਦਾ ਹੈ। ਜਿੱਥੇ ਇਹਦੇ ਨਾਂ ਤੋਂ ਇਹ ਗੱਲ ਸਪਸ਼ਟ ਹੈ, ਨਰ ਤੇ ਸਿੰਘ। ਸਿੰਘ ਦਾ ਅਰਥ ਹੈ ਸ਼ੇਰ ਤੇ ਨਰ ਦਾ ਅਰਥ ਹੈ ਮਨੁੱਖ। ਜਿਹਦਾ ਅੱਧਾ ਸਰੀਰ ਮਨੁੱਖ ਦਾ ਹੈ ਤੇ ਅੱਧਾ ਸਰੀਰ ਸ਼ੇਰ ਦਾ ਹੈ। ਨਰਸਿੰਘ ਨਾਂ ਹੀ ਤਾਂ ਰੱਖਿਆ ਹੋਇਆ ਮਿਲਦਾ ਹੈ। ਕਹਿੰਦੇ ਹਨ ਜੋ ਮਨੌਤਾਂ ਹਨ ਪੁਰਾਣਾਂ ਦੀਆਂ, ਉਹਨਾਂ ਅਨੁਸਾਰ ਸਤਯੁਗ ਦੇ ਵਿੱਚ ਹਿਰਨ ਕਸ਼ਯਪ ਨੇ ਇੰਨਾ ਤਪ ਕੀਤਾ ਕਿ ਉਹਨੇ ਬ੍ਰਹਮਾ ਨੇ ਖੁਸ਼ ਹੋ ਕੇ ਉਹਨੂੰ ਵਰ ਦੇ ਦਿੱਤਾ ਕਿ ਜਿਹੜੀ ਤੇਰੀ ਮੌਤ ਹੈ ਉਹ ਕਿਸੇ ਸ਼ਸਤਰ ਅਸਤਰ ਨਾਲ ਨਹੀਂ ਹੋਏਗੀ, ਤੇ ਨਾ ਹੀ ਦਿਨੇ ਹੋਏਗੀ ਨਾ ਹੀ ਰਾਤੀ ਹੋਏਗੀ। ਇਸ ਕਾਰਨ ਹਿਰਣਕਸ਼ਪ ਨੇ ਬਹੁਤ ਉਹਨੂੰ ਹੰਕਾਰ ਹੋ ਗਿਆ, ਅਭਿਮਾਨ ਹੋ ਗਿਆ, ਮੈਂ ਕਿਹੜਾ ਮਰਨਾ ਹੈ, ਨਾ ਮੈਂ ਦਿਨੇ ਮਰਨਾ, ਨਾ ਮੈਂ ਰਾਤੀ ਮਰਨਾ ਹੈ, ਨਾ ਮੇਰੇ ਕੇ ਸ਼ਸਤਰ ਨਾਲ ਮੌਤ ਹੈ, ਨਾ ਹੀ ਕਿਸੇ ਅਸਤਰ ਨਾਲ ਮੌਤ ਹੈ। ਉਹ ਹੰਕਾਰੀ ਹੋ ਗਿਆ, ਜਿਹਨੂੰ ਅਸੀਂ ਹਰਨਾਕਸ਼ ਕਹਿੰਦੇ ਹਾਂ। ਉਹਦਾ ਇੱਕ ਪੁੱਤਰ ਸੀ ਪ੍ਰਹਲਾਦ। ਵਿਸ਼ਨੂੰ ਭਗਤ ਇੱਕ ਜਿਹੜਾ ਸੀ ਉਹ ਵਿਸ਼ਨੂੰ ਦੀ ਭਗਤੀ ਕਰਨ ਵਾਲਾ ਸੀ, ਜਿਹੜਾ ਪ੍ਰਹਲਾਦ ਸੀ। ਤੇ ਉਹਨੇ ਕਿਹਾ ਵੀ ਤੂੰ ਭਗਤੀ ਨਹੀਂ ਕਰਨੀ, ਤੇਰਾ ਕੰਮ ਨਹੀਂ ਹੈ, ਤੂੰ ਰੱਬ ਦੀ ਜਾਂ ਕਿਸੇ ਦੀ ਭਗਤੀ ਨਹੀਂ ਕਰਨੀ, ਸਿਰਫ ਮੇਰੀ ਗੱਲ ਕਰਨੀ ਹੈ ਹਰ ਪਾਸੇ। ਆਮ ਅਸੀਂ ਸੁਣਦੇ ਹੁੰਦੇ ਸੀ ਛੋਟੇ ਹੁੰਦੇ, ਜਦੋਂ ਪ੍ਰਹਲਾਦ ਕਹਿੰਦਾ ਪਰ ਮੈਨੂੰ ਪਰਮਾਤਮਾ ਦਾ ਦਿੱਤਾ ਖਾਨਾ, ਤੇ ਹਰਨਾਕਸ਼ ਦਾ ਨਹੀਂ ਕਿਹਾ ਹਰਨਾਕਸ਼ ਦਾ ਦਿੱਤਾ ਖਾਨਾ। ਪਰ ਉਹਨੇ ਕਿਹਾ ਦੂਜੇ ਲਫ਼ਜ਼ਾਂ 'ਚ ਕਹਿ ਲਈਏ ਕਿ ਉਹਨੇ ਪਰਮਾਤਮਾ ਦੀ ਬੰਦਗੀ ਤੋਂ ਉਹਨੂੰ ਹਟਾਉਣਾ ਚਾਹਿਆ, ਪਰ ਉਹ ਨਹੀਂ ਹਟਿਆ। ਪਿਤਾ ਨੇ ਕਿਹਾ ਅੱਛਾ, ਸਵਾਲ ਕੀਤਾ ਵੀ ਜਿਹੜੇ ਰੱਬ ਰੱਬ ਤੂੰ ਕਰਦਾ, ਰੱਬ ਤੇਰਾ ਹੈ ਕਿੱਥੇ? ਪ੍ਰਹਲਾਦ ਦਾ ਜਵਾਬ ਸੀ ਉਹ ਹਰ ਥਾਂ ਹੀ ਹੈ। ਭਗਤ ਦਾ ਤਾਂ ਇਹੋ ਹੀ ਜਵਾਬ ਹੋਏਗਾ, ਜਿਹੜੇ ਪਰਮਾਤਮਾ ਦੀ ਭਗਤੀ ਕਰਨ ਵਾਲੇ ਹਨ ਉਹ ਹਾਜ਼ਰ ਨਾਜ਼ਰ ਸਮਝਦੇ ਹਨ ਪਰਮਾਤਮਾ ਨੂੰ। ਤੇ ਜਦੋਂ
ਪ੍ਰਹਲਾਦ ਨਹੀਂ ਹਟਿਆ, ਤੇ ਮੈਂ ਸੰਖੇਪ ਚ ਗੱਲ ਕਰ ਰਿਹਾ, ਉਸ ਕਹਾਣੀ ਸਾਰਿਆਂ ਨੂੰ ਪਤਾ ਹੈ ਕਿ ਤੂੰ ਆ ਤੱਤਾ ਗਰਮ ਥੰਬ ਜਿਹੜਾ ਹੈ ਇਹਨੂੰ ਜੱਫੀ ਪਾਉਣੀ ਹੈ, ਇਹਨੂੰ ਜੱਫੀ ਪਾ, ਤੇਰਾ ਪ੍ਰਹਲਾਦ ਦੇਖਦੇ ਆ ਤੇਰਾ ਰੱਬ ਕਿੱਥੇ ਹੈ। ਇਸ ਸਮੇਂ ਕਹਿੰਦੇ ਨੇ ਵੀ ਪ੍ਰਮਾਤਮਾ ਨੇ ਉਹ ਥੰਬ ਪਾੜ ਕੇ ਨਰ ਸਿੰਘ ਦਾ ਰੂਪ, ਅੱਧਾ ਮਨੁੱਖ ਦਾ ਤੇ ਅੱਧਾ ਸ਼ੇਰ ਦਾ ਰੂਪ ਧਾਰ ਕੇ ਪ੍ਰਗਟ ਹੋਇਆ, ਤੇ ਉਸ ਹਰਨਾਕਸ਼ ਨੂੰ ਜਾਂ ਹਿਰਕਸ਼ਪ ਨੂੰ ਇਹ ਨਹੁੰਆਂ ਦੇ ਨਾਲ ਆਪਣੇ ਦਾ ਚੀਰ ਕੇ ਪਾੜ ਦਿੱਤਾ, ਮਾਰ ਦਿੱਤਾ। ਹਰਿਵੰਸ਼ ਪੁਰਾਣ ਦੇ ਜਿਹੜਾ ਭਾਗਵਤ ਵਿੱਚ ਇਸ ਪ੍ਰਸੰਗ ਨੂੰ ਇਹ ਹਿਰਕਸ਼ਪ ਦੀ ਥਾਂ ਦੇ ਬਾਅਦ ਦਾ ਨਾਂ ਹਰਨਾਕਸ਼ ਜਿਹੜਾ ਉੱਥੋਂ ਪ੍ਰਸਿੱਧ ਹੋਇਆ ਮਿਲਦਾ ਹੈ। ਤੋ ਭਗਤੀ ਲਹਿਰ ਦੇ ਸਮੇਂ ਵਿੱਚ ਇਹ ਆਮ ਭਗਤਾਂ ਵਿੱਚੋਂ ਭਗਤ ਪ੍ਰਹਲਾਦ ਜੀ ਦਾ ਜਿਹੜਾ ਨਾਮ ਹੈ ਉੱਪਰ ਲਿਆ ਜਾਂਦਾ ਹੈ। ਤੋ ਭਗਤ ਨਾਮਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 1105 ਦੇ ਉੱਤੇ ਇੱਕ ਪੰਕਤੀ ਲਿਖੀ ਹੈ, ਭਗਤ ਹੀਤ ਮਾਰਿਓ ਹਰਨਾਕਸ਼, ਨਰ ਸਿੰਘ ਰੂਪ ਹੋਏ ਦੇਹ ਧਰਿਓ, ਨਾਮਾ ਕਹੇ ਭਗਤ ਵਸ ਕੇਸ਼ਵ, ਅਜ ਹੂੰ ਬਲ ਕੇ ਦਵਾਰ ਖਰੋ। ਹੁਣ ਇੱਥੇ ਗੁਰਮਤ ਇਸ ਗੱਲ ਨਾਲ ਸਹਿਮਤੀ ਪ੍ਰਗਟ ਨਹੀਂ ਕਰਦੀ ਕਿ ਪ੍ਰਮਾਤਮਾ ਨੇ ਉਹਦਾ ਰੂਪ ਧਾਰਿਆ ਕਿ ਨਹੀਂ ਧਾਰਿਆ। ਇਹ ਇਸ ਗੱਲ ਦਾ ਵੀ ਸਹਿਮਤੀ ਪ੍ਰਗਟ ਨਹੀਂ ਕਰਦੀ ਕਿ ਥੰਮ ਗਰਮ ਸੀ ਕਿ ਠੰਡਾ ਸੀ, ਜਾਂ ਉਹਨੂੰ ਪਾਇਆ ਜਾਂ ਨਹੀਂ ਪਾਇਆ। ਗੁਰਮਤ ਦੀ ਫਿਲਾਸਫੀ ਬੜੀ ਸਪਸ਼ਟ ਹੈ ਕਿ ਪ੍ਰਮਾਤਮਾ ਆਪਣੇ ਭਗਤ ਦੀ ਰੱਖਿਆ ਕਰਦਾ ਹੈ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਉੱਥੇ ਵੀ ਲਫ਼ਜ਼ ਵਰਤਿਆ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ। ਅਸਲੀ ਗੱਲ ਸੀ ਅਹੰਕਾਰੀਆਂ ਨਿੰਦਕਾਂ ਪਿੱਠ ਦੇ। ਅਸਲੀ ਗੱਲ ਇਹ ਹੈ, ਨਾਮ ਦੇ ਮੁਖ ਲਾਇਆ। ਜਿਹੜੀ ਗੱਲ ਸਮਝਾਉਂਦੀ ਸੀ ਵੀ ਪ੍ਰਮਾਤਮਾ ਹੰਕਾਰੀਆਂ ਤੇ ਨਿੰਦਕਾਂ ਦਾ ਸਾਥ ਨਹੀਂ ਦਿੰਦਾ, ਭਾਵ ਉਹਨਾਂ ਦੇ ਪੱਖ 'ਚ ਖੜਾ ਨਹੀਂ ਹੁੰਦਾ। ਆਪਣੇ ਯਾਦ ਕਰਨ ਵਾਲਿਆਂ ਦੀ ਇੱਜ਼ਤ ਆਬਰੂ ਉਹ ਪ੍ਰਮਾਤਮਾ ਰੱਖਦਾ ਹੈ। ਇਹ ਇਤਿਹਾਸਕ ਸਰੋਤ ਵੀ ਸਾਨੂੰ ਦੱਸਦੇ ਹਨ ਕਿ ਪ੍ਰਮਾਤਮਾ ਆਪਣੇ ਭਗਤਾਂ ਦੀ ਯਾਦ ਕਰਨ ਵਾਲਿਆਂ ਦੀ ਪੱਤ ਰੱਖਦਾ ਹੈ। ਉਹ ਭਾਵੇਂ 4 ਸਾਲ ਦਾ ਬੱਚਾ ਹੋਵੇ, ਭਾਵੇਂ 7-9 ਸਾਲ ਦੇ ਬੱਚੇ ਨੀਹਾਂ ਵਿੱਚ ਚੰਦੇ ਹੋਣ, ਤੇ ਭਾਵੇਂ ਮਾਵਾਂ ਦੀਆਂ ਝੋਲੀਆਂ ਚੋਂ ਬੱਚੇ ਖੋਹ ਕੇ ਟੁਕੜੇ ਕਰਕੇ ਉਹਨਾਂ ਦੇ ਗਲਾਂ 'ਚ ਹਾਰ ਪਾਏ ਜਾਣ, ਉਹਨਾਂ ਦੇ ਸਬਰ ਨੂੰ ਪ੍ਰਮਾਤਮਾ ਨੇ ਹਮੇਸ਼ਾ ਕਾਇਮ ਰੱਖਿਆ ਹੈ। ਇੱਥੋਂ ਇਹ ਗੱਲ ਸਾਨੂੰ ਸਾਬਤ ਮਿਲਦੀ ਹੈ, ਇੱਥੋਂ ਸਾਨੂੰ ਇਹ ਗੱਲ ਜਿਹੜੀ ਹੈ ਯਾਦ ਆ ਜਾਂਦੀ ਹੈ। ਅਸੀਂ ਇਹ ਗੱਲ ਸਮਝ ਲਈਏ ਚੰਗੀ ਤਰ੍ਹਾਂ, ਸਾਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਪ੍ਰਮਾਤਮਾ ਜੋ ਹੈ ਉਹ ਹਮੇਸ਼ਾ ਹਰ ਥਾਂ ਮੌਜੂਦ ਹੈ। ਇਹ ਗੱਲ ਗੁਰਮਤ ਦਾ ਇਹ ਫਿਲਾਸਫੀ, ਮੈਂ ਫਿਰ ਬੇਨਤੀ ਕਰਦਿਆਂ ਕਿ ਪ੍ਰਮਾਤਮਾ ਫਲਾਣੇ ਦਾ ਰੂਪ ਧਾਰ ਲਿਆ, ਫਲਾਣੇ ਦਾ ਰੂਪ ਧਾਰ ਕੇ, ਇਹ ਸਿਰਫ ਚੱਲੀਆਂ ਆਉਂਦੀਆਂ ਕਥਾਵਾਂ ਨੂੰ ਵਰਣਨ ਕਰਕੇ ਸਿਰਫ ਪ੍ਰਮਾਤਮਾ ਦੇ ਆਪਣੇ ਭਗਤਾਂ ਨਾਲ ਪਿਆਰ ਦਾ ਸਬੂਤ ਜਿਹੜਾ ਹੈ ਉਹ ਦਿੱਤਾ ਹੈ। ਅਗਲਾ ਸ਼ਬਦ ਹੈ ਨਰਕ। ਇਹ ਸ਼ਬਦ ਵੀ ਬੜਾ ਵਰਤਿਆ ਜਾਂਦਾ ਹੈ। ਆਮ ਤੌਰ ਤੇ ਭਾਸ਼ਾ ਵਿੱਚ, ਸਾਮ ਬੋਲੀ ਵਿੱਚ ਇਸ ਸ਼ਬਦ ਨੂੰ ਅਸੀਂ ਇਸਤੇਮਾਲ ਕਰਦੇ ਹਾਂ। ਹਰ ਧਰਮ ਦੇ ਵਿੱਚ ਕਿਤੇ ਨਾ ਕਿਤੇ ਅਜਿਹਾ ਵਿਸ਼ਵਾਸ ਤੁਰਿਆ ਆਉਂਦਾ ਹੈ ਕਿ ਭੈੜੇ ਕੰਮ ਕਰਨ ਵਾਲੇ ਨਰਕਾਂ ਵਿੱਚ ਦੁੱਖ ਭੋਗਦੇ ਹਨ, ਤੇ ਚੰਗੇ ਕੰਮ ਕਰਨ ਵਾਲੇ ਸਵਰਗਾਂ ਵਿੱਚ ਜਾਂਦੇ ਹਨ। ਇਹ ਵਿਸ਼ਵਾਸ ਜਿਹੜਾ ਹੈ ਬਣਿਆ ਹੁੰਦਾ ਹੈ। ਹਰ ਧਰਮ ਦੇ ਆਪੋ ਆਪਣਾ ਵਿਸ਼ਵਾਸ ਹੈ, ਇਹ ਭਰੋਸਾ ਹੈ। ਸੋ ਨਰਕ ਇੱਕ ਇਹੋ ਜਿਹਾ ਮਨੋਕਲਪਿਤ ਜਿਹਾ ਸਥਾਨ ਹੈ ਜਿੱਥੇ ਧਰਮਰਾਜ ਵੱਲੋਂ ਮਰਨ ਤੋਂ ਪਿੱਛੋਂ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਜਾਂ ਸੁੱਟ ਦਿੱਤਾ ਜਾਂਦਾ, ਸਜ਼ਾ ਦੇ ਤੌਰ ਤੇ ਉੱਥੇ ਵਿੱਚ ਪਾ ਦਿੱਤਾ ਜਾਂਦਾ। ਇਹ ਇੱਕ ਵਿਸ਼ਵਾਸ, ਮਨੋਕਲਪਿਤ ਜਿਹਾ ਵਿਸ਼ਵਾਸ ਤੁਰਿਆ ਆਉਂਦਾ ਹੈ। ਇਸਲਾਮ ਵਿੱਚ, ਈਸਾਈਅਤ ਵਿੱਚ ਦੋਜ਼ਖ ਦਾ ਸੰਕਲਪ ਵੀ ਇਹੋ ਜਿਹਾ ਹੀ ਹੈ ਵੀ ਉੱਥੇ ਇੱਕ ਭਿਆਨਕ ਅੱਗ ਬਲਦੀ ਹੈ, ਤੇ ਉੱਥੇ ਅੱਗ ਦੇ ਵਿੱਚ ਉਹ ਸੁੱਟ ਦਿੱਤੇ ਜਾਂਦੇ ਹਨ। ਦੂਜੇ ਧਰਮਾਂ ਦੇ ਵਿੱਚ, ਪਾਰਸੀਆਂ ਦੇ ਤੇ ਹੋਰ ਧਰਮਾਂ ਦੇ ਵਿੱਚ ਵੀ ਇਹੋ ਜਿਹਾ ਵਿਸ਼ਵਾਸ ਤੁਰਿਆ ਆਉਂਦਾ ਹੈ। ਜਿਹੜੇ ਸਨਾਤਨ ਗ੍ਰੰਥ ਨੇ, ਇਹਨਾਂ ਨੇ ਤਾਂ ਬੁਰਾਈਆਂ ਦੀਆਂ ਕਿਸਮਾਂ ਦੀਆਂ ਨੂੰ ਸਾਹਮਣੇ ਰੱਖ ਕੇ ਵੀ ਕਿਹੜੀ ਬੁਰਾਈ 'ਚ ਕਿਹੜਾ ਨਰਕ, ਕਿਹੜੀ ਬੁਰਾਈ 'ਚ ਕਿਹੜਾ ਨਰਕ, ਏਦਾਂ ਦੇ ਕਈ ਭੇਦ ਬਿਆਨ ਕੀਤੇ ਹੋਏ ਨੇ। ਮਨੂ ਸਿਮਰਤੀ ਜਿਹੜੀ ਹੈ ਉਹ ਤਕਰੀਬਨ 21 ਨਰਕਾਂ ਦਾ ਨਾਂ ਲਿਖਦੀ ਹੈ। 21 ਪ੍ਰਕਾਰ ਦੇ ਨਰਕ ਹਨ ਜਿਹੜੀ ਮਨੂ ਸਿਮਰਤੀ ਹੈ।
ਥੋੜਾ ਜਿਹਾ ਮੈਂ ਸਿਰਫ ਜ਼ਿਕਰ ਕਰਕੇ ਅੱਗੇ ਨੂੰ ਚੱਲਦਾ। 21 ਨਾਮ ਜਿਹੜੇ ਉਹਨੇ ਲਿਖੇ ਹਨ ਉਹ ਤਾਮਰਿਸ ਅੰਧ ਰੋਰਵ, ਮਹਾਰੋਰਵ, ਨਰਕ, ਮਹਾਨਰਕ, ਕਾਲ ਸਤਵਰ, ਸੰਜੀਵਨ, ਮਹਾਬੀਚੀ, ਤਾਪਨ, ਸੰਪਰਤਾਪਤਮ, ਸਹਾਤ, ਸੰਕਾਕੂਲ, ਕੁਡੰਬਲ, ਪ੍ਰਥਮੂਰਤਕ, ਲੋਹਸ਼ੰਕੂ, ਲੋਹਸ਼ੰਕੂ, ਰਿਜਿਸ਼, ਸ਼ਾਲਮਲੀ, ਵੈਤਰਨੀ, ਅਸਤਵਰਮਨ ਤੇ ਲੋਹਾਰਕ। ਇਹ ਲੋਹਦਾਰਕ ਦੇ ਇਹ ਲਾਸਟ ਇਹਨੇ 21 ਤਰ੍ਹਾਂ ਦੇ ਸ਼ਬਦ ਲਿਖੇ ਹਨ। ਭਗਵਤ ਵਿੱਚ 28 ਤੇ ਬ੍ਰਹਮ ਵੇਦਵਤ ਵਿੱਚ 86 ਨਰਕ ਕੁੰਡ ਲਿਖੇ ਹੋਏ ਹਨ। ਜਿਹੜੇ ਬ੍ਰਹਮ ਵੇਦਵਤ ਹੈ ਉਹਦੇ 86 ਨਰਕਾਂ ਦਾ ਜ਼ਿਕਰ ਆਉਂਦਾ ਹੈ। ਗੁਰਬਾਣੀ ਵਿੱਚ ਮਨੁੱਖ ਨੂੰ ਇਹਨਾਂ ਗੱਲਾਂ ਤੋਂ ਹਟਾ ਦਿੱਤਾ ਗਿਆ। ਇਹ ਗੁਰਬਾਣੀ ਨੇ ਨਾ ਨਰਕ ਦੀ ਗੱਲ ਕੀਤੀ ਹੈ ਤੇ ਨਾ ਸਵਰਗ ਦੀ ਗੱਲ ਕੀਤੀ ਹੈ। ਅਸੀਂ ਇਹ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ ਗੁਰਬਾਣੀ ਤਾਂ ਨਾ ਨਰਕ ਦੀ ਗੱਲ ਕਰਦੀ ਹੈ ਤੇ ਨਾ ਹੀ ਸਵਰਗ ਦੀ ਗੱਲ ਕਰਦੀ ਹੈ। ਗੁਰਬਾਣੀ ਤਾਂ ਕਵਨ ਨਰਕ ਕਾ ਸੁਰਗ ਵਿਚਾਰਾ ਸੰਦੋ ਰਾਧੇ ਦੀ ਗੱਲ ਕਰਦੀ ਹੈ। ਵੀ ਕਿਹਾ ਕੀ ਨਰਕ ਤੇ ਕੀ ਸਵਰਗ, ਅਸੀਂ ਤਾਂ ਸਾਰਿਆਂ ਨੂੰ ਰੱਦ ਕਰ ਦਿੱਤਾ ਹੈ। ਭਗਤ ਕਬੀਰ ਜੀ ਕਹਿੰਦੇ ਵੀ ਮੈਨੂੰ ਨਾ ਸੰਤ ਨਾਲ ਮਤਲਬ ਹੈ, ਨਾ ਸਵਰਗ ਨਾਲ ਮਤਲਬ ਹੈ, ਨਾ ਨਰਕ ਨਾਲ ਮਤਲਬ ਹੈ। ਪਰਮਾਤਮਾ ਦੀ ਹਜ਼ੂਰੀ ਵਿੱਚ ਰਹਿਣਾ ਮੇਰੇ ਲਈ ਸਵਰਗ ਹੈ ਤੇ ਉਹ ਤੋਂ ਵਿਛੜ ਜਾਣਾ ਮੇਰੇ ਲਈ ਨਰਕ ਹੈ। ਬਸ ਇਸ ਗੁਰਮਤਿ ਦੀ ਜਿਹੜੀ ਫਿਲਾਸਫੀ ਹੈ ਇਸ ਤਰ੍ਹਾਂ ਹੈ। ਗੁਰਮਤਿ ਨੇ ਨਰਕਾਂ ਦਾ ਸਵਰਗਾਂ ਦਾ ਕੋਈ ਖਾਸ ਟਿਕਾਣਾ ਨਹੀਂ ਮੰਨਿਆ, ਨਾ ਹੀ ਇਹਨਾਂ ਦੀ ਹੋਂਦ ਉਸੇ ਤਰ੍ਹਾਂ ਮੰਨੀ ਹੈ। ਇਹ ਤਾਂ ਸਿਰਫ ਸਾਡੇ ਆਪਣੇ ਕਹਿਣ ਦੀਆਂ ਗੱਲਾਂ ਹਨ ਜਿਹੜੀਆਂ ਅਸੀਂ ਇਹ ਇੱਕ ਦੂਜੇ ਤੋਂ ਸੁਣ ਕੇ ਗੱਲਾਂ ਕਰ ਦਿੰਦੇ ਹਾਂ। ਚੱਲ ਨਰਕਾਂ ਸੁੱਟ ਦਿੱਤਾ ਜਾਏਗਾ, ਨਰਕਾਂ 'ਚ ਪਾ ਦਿੱਤਾ ਜਾਏਗਾ। ਤਾਂ ਇਹ ਸਾਡੀ ਸੁਣੀ ਸੁਣਾਈ ਗੱਲਾਂ ਹਨ ਜਿਹੜੀਆਂ ਅਸੀਂ ਗੱਲ ਕੀਤੀ ਜਾਂਦੀ ਹੈ। ਜਦੋਂ ਅਸੀਂ ਗੁਰਬਾਣੀ ਸੁਖਮਣੀ ਦੀ ਬਾਣੀ ਨੂੰ ਪੜ੍ਹਦੇ ਹਾਂ ਤਾਂ ਉਹਦੇ 'ਚ ਇੱਕ ਪ੍ਰਮਾਣ ਆਉਂਦਾ ਹੈ 292 ਅੰਕ ਦੇ ਉੱਤੇ, ਪਾਪ ਪੁੰਨ ਤੈ ਭਈ ਕਹਾਵਤ, ਕਹੂ ਨਰਕ ਕੋਈ ਸੁਰਗ ਵਿਸ਼ਾਵਤ। ਕੋਈ ਪਾਪ, ਜਦੋਂ ਪ੍ਰਮਾਤਮਾ ਹੀ ਨਹੀਂ ਸੀ ਜੀ, ਜਿੱਥੋਂ ਅੱਜ ਆਪਾਂ ਗੱਲ ਸ਼ੁਰੂ ਕਰੀਏ ਜੇ ਸੁਖਮਣੀ ਦੀ ਉਸ ਪੌੜੀ ਨੂੰ, ਤੇ ਜਹ ਆਪ ਰਚਿਓ ਪ੍ਰਪੰਚ ਆਕਾਰ, ਤੈ ਗੁਣ ਮੈਂ ਕੀਨੋ ਵਿਸਥਾਰ, ਪਾਪ ਪੁੰਨ ਤੈ ਭਈ ਕਹਾਵਤ, ਕਹੂ ਨਰਕ ਕੋਈ ਸੁਰਗ ਵਿਸ਼ਾਵਤ। ਆਲ ਜਾਲ ਮਾਇਆ ਜੰਜਾਲ, ਹਉਮੈ ਮੋਹ ਭਰਮ ਪੈ ਭਾਰ, ਦੁਖ ਸੁਖ ਮਾਨ ਅਪਮਾਨ, ਅਨੇਕ ਪ੍ਰਕਾਰ ਕੀਓ ਬਖਿਆਨ, ਆਪਨ ਖੇਲ ਆਪ ਕਰ ਦੀਖੇ, ਖੇਲ ਸਕੋਚੇ ਤੋ ਨਾਨਕ ਏਕੇ। ਇਹਨੂੰ ਸਮਝ ਲਈਏ ਕਿ ਜਦੋਂ ਪ੍ਰਭੂ ਨੇ, ਪਰਮਾਤਮਾ ਨੇ ਆਪ ਹੀ ਜਗਤ ਦੀ ਖੇਡ ਖੇਚੀ ਹੈ, ਖੇਡ ਖੇਡ ਰਿਹਾ ਹੈ, ਰਚ ਰਿਹਾ ਹੈ, ਰਚ ਦਿੱਤੀ ਹੈ। ਉਹਨੇ ਮਾਇਆ ਦੇ 3 ਗੁਣੇ ਇਹਦੇ 'ਚ ਪਾ ਦਿੱਤੇ ਹਨ। ਜਦੋਂ ਇਹ ਗੱਲ ਚੱਲ ਪਈ ਇਹ ਪਾਪ ਹੈ, ਇਹ ਪੁੰਨ ਹੈ, ਕੋਈ ਜੀਵ ਨਰਕਾਂ ਦਾ ਭਾਗੀ ਹੈ, ਕੋਈ ਸਵਰਗਾਂ ਦਾ ਭਾਗੀ ਹੈ, ਇਹ ਘਰਾਂ ਦੇ ਧੰਦੇ, ਮਾਇਆ ਦੇ ਬੰਧਨ, ਅਹੰਕਾਰ, ਮੋਹ, ਭੁਲੇਖੇ, ਡਰ, ਦੁੱਖ, ਸੁੱਖ, ਆਦਰ, ਨਿਰਾਦਰੀ, ਇੱਜ਼ਤ, ਬੇਇੱਜ਼ਤੀ, ਇਹ ਕਈ ਕਿਸਮ ਦੀਆਂ ਗੱਲਾਂ ਜਿਹੜੀਆਂ ਸੀ ਉਹ ਚੱਲ ਪਈਆਂ। ਪਰ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਵੀ ਪ੍ਰਮਾਤਮਾ ਆਪਣਾ ਤਮਾਸ਼ਾ ਕਰਕੇ ਇਹ ਆਪ ਦੇਖਦਾ ਹੈ। ਉਹਨੇ ਰਚਿਆ ਸੰਸਾਰ, ਜਦੋਂ ਇਹ ਖੇਡ ਨੂੰ ਸਮੇਟਦਾ ਹੈ ਤਾਂ ਆਪ ਉਹਦੇ 'ਚ ਇਨਸਾਨ ਜਿਹੜਾ ਹੈ ਆਪਦੀ ਜੋਤ, ਪਰਮ ਜੋਤ ਵਿੱਚ ਚਲੀ ਜਾਂਦੀ ਹੈ, ਜਾਂ ਉਹ ਪ੍ਰਮਾਤਮਾ ਆਪਣੇ ਹਿਸਾਬ ਨਾਲ ਜਿੱਥੇ ਭੇਜਣਾ ਉੱਥੋਂ ਭੇਜ ਦਿੰਦਾ ਹੈ। ਤਾਂ ਇਹ ਗੁਰਮਤਿ ਦੀ ਫਿਲਾਸਫੀ ਇਹ ਹੈ। ਗੁਰਮਤਿ ਦੀ ਫਿਲਾਸਫੀ ਕੋਈ ਨਰਕ ਕੁੰਡ ਦੀ ਜਾਂ ਉਹ ਸਵਰਗਾਂ ਦੀ ਜਾਂ ਸੱਪਾਂ ਦੀ ਜਾਂ ਡਰਾਉਣੀਆਂ ਚੀਜ਼ਾਂ ਦੀ, ਇਹ ਗੁਰਮਤਿ ਦੀ ਫਿਲਾਸਫੀ ਨਹੀਂ ਹੈ। ਗੁਰਮਤਿ ਦੀ ਫਿਲਾਸਫੀ ਆ ਵੀ ਪ੍ਰਮਾਤਮਾ ਮਰਨ ਤੋਂ ਬਾਅਦ ਜਾਂ ਆਪਣੇ 'ਚ ਭੇਦ ਕਰ ਲੈਂਦਾ ਜਾਂ ਫਿਰ ਜਨਮ ਮਰਨ ਦਾ ਚੱਕਰ ਉਹਦਾ ਹੈ ਉਹ ਚੱਲਦਾ ਰਹਿੰਦਾ ਹੈ। ਗੁਰਮਤਿ ਦੀ ਇਹ ਫਿਲਾਸਫੀ ਹੈ। ਤਾਂ ਨਰਕ ਦੀ ਫਿਲਾਸਫੀ ਦੂਜੇ ਮਤਾਂ ਵਿੱਚ ਹੋਰ ਤਰ੍ਹਾਂ ਦੀ ਹੈ, ਲੇਕਿਨ ਗੁਰਮਤਿ ਵਿੱਚ ਇਸ ਫਿਲਾਸਫੀ ਦਾ ਜਿਹੜਾ ਹੈ ਉਹ ਵੱਖਰਾ ਸਥਾਨ ਹੈ। ਅੱਗੇ ਨਲ ਭੱਟ ਹੈ। ਨਲ ਭੱਟ ਦੀ ਵਿਚਾਰ ਅਸੀਂ ਸੁਣ ਚੁੱਕੇ ਹਾਂ ਪਿਛਲੀਆਂ ਕਥਾਵਾਂ ਰਾਹੀਂ। ਇਹਦੇ ਬਾਰੇ ਮੈਂ ਸਮਾਂ ਹੋਰ ਲੈਣਾ ਨਹੀਂ ਹੈ, ਕਿਉਂਕਿ ਕਲਾਸ ਵਿੱਚ ਵੱਖਰਾ ਟੌਪਿਕ ਵੀ ਅਸੀਂ ਕਰ ਚੁੱਕੇ ਹਾਂ ਭੱਟਾਂ ਦੀ ਜਾਣਕਾਰੀ ਬਾਰੇ। ਤਾਂ ਇਹ ਇਸ ਤੋਂ ਅੱਗੇ ਨੂੰ ਤੁਰਦੇ ਹਾਂ। ਅੱਗੇ ਹੈ 9 ਗ੍ਰਹਿ। ਭਾਰਤ ਦੀ ਜੋਤਿਸ਼ ਵਿਦਿਆ ਦੇ ਵਿੱਚ, ਜੋਤਿਸ਼ ਸ਼ਾਸਤਰਾਂ ਦੇ ਅਨੁਸਾਰ ਜਿਹੜੇ ਪ੍ਰਮੁੱਖ ਮੁੱਖ ਸਿਤਾਰੇ ਹਨ ਉਹਨਾਂ ਨੂੰ ਗ੍ਰਹਿ ਕਿਹਾ ਜਾਂਦਾ ਹੈ। ਇਹਨਾਂ ਦੀ ਗਿਣਤੀ 9 ਮੰਨੀ ਹੈ। ਸੂਰਜ, ਚੰਦਰਮਾ, ਮੰਗਲ, ਬੁੱਧ, ਫਿਰ ਬ੍ਰਹਸਪਤ, ਫਿਰ ਸ਼ੁਕਰ, ਸ਼ਨੀ, ਰਾਹੂ ਤੇ ਕੇਤੂ।
ਇਹ 9 ਗਿਣਤੀ ਜਿਹੜੀ ਹੈ ਇਹ ਗ੍ਰਹਿਆਂ ਦੀ ਮੰਨੀ ਗਈ ਹੈ। ਤੋ ਗੁਰਬਾਣੀ ਦੇ ਵਿੱਚ ਵੀ ਇਹਨਾਂ ਦਾ ਜ਼ਿਕਰ ਆਉਂਦਾ ਹੈ। ਉਹ ਕੀ ਹੈ? ਨਵਗ੍ਰਹਿ ਕੋਟ ਠਾਢੇ ਦਰਬਾਰ, ਧਰਮ ਕੋਟ ਜਾ ਕੇ ਪ੍ਰਤਹਾਰ। ਕਬੀਰ ਜੀ ਦਾ ਸ਼ਬਦ ਹੈ ਭੈਰਵ ਰਾਗ ਦੇ ਵਿੱਚ, ਉਹਦੇ ਵਿੱਚ ਜ਼ਿਕਰ ਆਉਂਦਾ ਹੈ ਨਵਗ੍ਰਹਿ ਕੋਟ ਠਾਢੇ ਦਰਬਾਰ। ਵੀ ਗੁਰਬਾਣੀ ਇਹ ਗ੍ਰਹਿ ਗੁਰੂਆਂ ਦੇ ਚੱਕਰਾਂ ਨੂੰ ਕੁਝ ਨਹੀਂ ਮੰਨਦੀ। ਪਰਮ ਪਿਤਾ ਪਰਮੇਸ਼ਰ ਦੀ ਰਚਨਾ ਹੈ। ਇਹ ਰਚਿਆ ਹੋਇਆ ਉਹਦਾ ਬ੍ਰਹਿਮੰਡ ਹੈ। ਉਹਦੇ ਬਣਾਏ ਹੋਏ ਸੂਰਜ ਚੰਦ ਹਨ, ਉਹਦੇ ਬਣਾਏ ਹੋਏ ਦਿਨ ਦਿਹਾੜੇ ਹਨ, ਉਹਦੇ ਬਣਾਏ ਹੋਈ ਇਹ ਸਾਰੀ ਸ੍ਰਿਸ਼ਟੀ ਹੈ। ਜਦੋਂ ਉਹਦੀ ਹੀ ਬਣਾਈ ਹੋਈ ਹੈ, ਉਹ ਕਰਤੇ ਦਾ ਕਰਤਾ ਪੁਰਖ ਆਪ ਕਰਤਾ ਹੈ, ਤਾਂ ਫਿਰ ਸਾਨੂੰ ਇਹਨਾਂ ਗ੍ਰਹਿਾਂ ਦੇ ਚੱਕਰਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ। ਜੋਤਿਸ਼ ਵਿਦਿਆ ਵਿੱਚੋਂ ਖਾਨੇ ਬਣਾ ਕੇ ਇਸ ਤਰ੍ਹਾਂ ਕ੍ਰਾਸ ਕਰਕੇ ਕੁਝ ਲਿਖਿਆ ਜਾਂਦਾ ਹੈ, ਉਹ ਗ੍ਰਹਿਾਂ ਦੇ ਚਾਲ ਦੇ ਨਾਲ ਚੱਲਦੇ ਨੇ। ਇਹਦੇ ਬਾਰੇ ਵੀ ਅਸੀਂ ਵਿਚਾਰ ਕੀਤੀ ਸੀ ਵੀ ਗ੍ਰਹਿ ਜਦੋਂ ਤੱਕ ਇਹਦੀ ਖਬਰ ਇੱਥੇ ਤੱਕ ਸਾਡੇ ਕੋਲ ਪਹੁੰਚਦੀ ਹੈ, ਉਦੋਂ ਤੱਕ ਗ੍ਰਹਿ ਆਪਣਾ ਚੱਲ ਕੇ ਕਿੰਨਾ ਅੱਗੇ ਜਾ ਚੁੱਕਾ ਹੁੰਦਾ ਹੈ। ਉਹਨਾਂ ਨੂੰ ਕੀ ਪਤਾ ਗ੍ਰਹਿ ਕਿੱਥੇ ਖੜਾ ਤੇ ਕਿੱਥੇ ਗਿਆ। ਧੱਕੇ ਧੁੱਕੇ ਨਾਲ ਵਾੜ ਕੇ ਰਾਸ਼ੀਆਂ 'ਚ ਵਾੜ ਦਿੰਦੇ ਆ, ਤੇ ਉਹ ਰਾਸ਼ੀਆਂ ਦੇ ਹਿਸਾਬ ਨਾਲ ਉਹਨਾਂ ਦਾ ਹਿਸਾਬ ਕਿਤਾਬ ਚੱਲਦਾ, ਰੋਟੀ ਪਾਣੀ ਹਲਵਾ ਮਾਂਡਾ ਚੱਲਦਾ ਰਹਿੰਦਾ ਹੈ। ਉਹਨਾਂ ਦੀ ਗ੍ਰਹਿ ਚਾਲ ਵੀ ਚੱਲਦੀ ਰਹਿੰਦੀ ਹੈ, ਉਹਨਾਂ ਦੀ ਆਪਣੀ ਗ੍ਰਹਿ ਚਾਲ ਵੀ ਕਈ ਵਾਰੀ ਮੱਠੀ ਪੈ ਜਾਂਦੀ ਹੈ। ਇਸ ਢੰਗ ਦੇ ਨਾਲ ਅਸੀਂ ਕਹਿ ਸਕਦੇ ਹਾਂ ਵੀ ਗੁਰਮਤਿ ਦਾ ਇਹਨਾਂ ਚੀਜ਼ਾਂ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ। ਇਹ ਪਰਮ ਪਿਤਾ ਪ੍ਰਮਾਤਮਾ ਦੀ ਬਣਾਈ ਹੋਈ ਖੇਡ ਹੈ। ਉਹਦੇ ਹੁਕਮ ਵਿੱਚ ਹੀ ਜਨਮ ਹੈ, ਉਹਦੇ ਹੁਕਮ ਵਿੱਚ ਹੀ ਮੌਤ ਹੈ, ਉਹਦੇ ਹੁਕਮ ਵਿੱਚ ਵੀ ਦੁੱਖ ਹੈ, ਉਹਦੇ ਹੁਕਮ ਵਿੱਚ ਹੀ ਸੁੱਖ ਹੈ, ਉਹਦੇ ਦੁੱਖ ਵਿੱਚ ਮਾਨ ਹੈ, ਉਹਦੇ ਹੁਕਮ ਵਿੱਚ ਦੁੱਖ, ਉਹਦੇ ਹੁਕਮ ਵਿੱਚ ਮਾਨ ਹੈ, ਦੁੱਖ ਵਿੱਚ ਅਪਮਾਨ ਹੈ, ਤੇ ਉਹਦੇ ਹੁਕਮ ਵਿੱਚ ਹੀ ਇਹ ਸਾਰਾ ਕੁਝ ਖੇਡ ਹੈ। ਜਦੋਂ ਉਹਦੇ ਹੁਕਮ ਵਿੱਚ ਹੀ ਸਾਰੀ ਖੇਡ ਚੱਲ ਰਹੀ ਹੈ, ਤੇ ਫਿਰ ਇਹ ਗ੍ਰਹਿ ਕੀ ਕਰਨਗੇ? ਗ੍ਰਹਿ ਦਾ ਕੀ ਮਕਸਦ ਰਹਿ ਜਾਂਦਾ? ਤਾਂ ਗੁਰਮਤਿ ਨੇ ਇਹਨਾਂ ਗ੍ਰਹਿਾਂ ਦੀ ਕਿਸੇ ਤਰ੍ਹਾਂ ਵੀ ਕੋਈ ਗੱਲਬਾਤ ਜਿਹੜੀ ਹੈ ਨਹੀਂ ਕੀਤੀ। ਭਗਤੀ ਅੱਗੇ ਹੈਗਾ ਨਵਦਾ ਭਗਤ। ਭਗਤੀ ਦੀ ਵਿਆਖਿਆ ਕਰਨ ਵਾਲੇ ਜਿਹੜੇ ਸੱਜਣ ਨੇ ਜਾਂ ਵਿਦਵਾਨ ਨੇ, ਉਹਨਾਂ ਨੇ ਆਪਣੇ ਇਸ਼ਟ ਪੂਜਾ ਦੀ ਉਪਾਸਨਾ ਦੇ 9 ਕਰਮ ਦੱਸੇ ਹਨ। ਇਸ਼ਟ ਪੂਜਾ ਦੀ ਉਪਾਸਨਾ ਕਿੰਨਾ ਕਰਮਾਂ ਕਰਕੇ ਹੋਣੀ ਚਾਹੀਦੀ ਹੈ। ਇਹਨਾਂ ਨੂੰ ਨਵਦਾ ਭਗਤ ਕਿਹਾ ਜਾਂਦਾ ਹੈ। ਨਵਦਾ ਮਤਲਬ 9 ਤੱਤਾਂ ਦੀ ਭਗਤੀ ਦੇ ਕਿਹੜੇ ਗੁਣ ਹੋਣੇ ਚਾਹੀਦੇ ਹਨ। ਤਾਂ ਇਹ ਜਿਹੜੇ ਗੁਣ ਉਹਨਾਂ ਨੇ ਦੱਸੇ ਹਨ, ਉਹ ਹੈਗਾ ਸੁਣਨਾ, ਕੀਰਤਨ, ਯਾਦ ਕਰਨਾ ਜਿਹਨੂੰ ਸਿਮਰਨ ਕਹਿੰਦੇ ਹਨ, ਪਦ ਸੇਵਨ, ਅਰਚਨ, ਫੁੱਲਾਂ ਤੇ ਜਲ ਦੇ ਨਾਲ ਪੂਜਾ ਕਰਨੀ, ਬੰਦਨਾ ਕਰਨੀ, ਸਖੀ ਭਾਵ, ਦਾਸ ਭਾਵ, ਆਤਮ ਸਮਰਪਣ। ਇਹ 9 ਪ੍ਰਕਾਰ ਦੀ ਪੂਜਾ ਉਹਨਾਂ ਦੇ ਗੁਣ ਦੱਸੇ ਨੇ। ਇੱਕ ਭਗਤੀ ਕਰਨ ਲੱਗਿਆ ਇਹ ਹੋਣਾ ਚਾਹੀਦਾ ਹੈ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਆਪਣੀ ਬਾਣੀ 'ਚ ਗੱਲ ਲਿਖਦੇ ਸ਼੍ਰੀ ਰਾਗ ਦੇ ਵਿੱਚ ਕਹਿੰਦੇ ਨੇ, ਭਗਤ ਨਵੇਂ ਪ੍ਰਕਾਰਾ, ਪੰਡਿਤ ਵੇਦ ਪੁਕਾਰਾ। ਇਹ ਕਹਿੰਦੇ ਪੰਡਿਤ ਵੇਦ ਇਹ ਗੱਲ ਕਹਿੰਦੇ ਨੇ 9 ਤਰ੍ਹਾਂ ਦੀ ਭਗਤੀ ਦੇ ਗੁਣ ਹਨ, ਹੋਣੇ ਚਾਹੀਦੇ ਹਨ, ਕਰਨੇ ਚਾਹੀਦੇ ਹਨ। ਪਰ ਗੁਰਮਤਿ ਨੇ ਇਸ ਫਿਲਾਸਫੀ ਨੂੰ ਨਹੀਂ ਮੰਨਿਆ, ਨਾ ਹੀ ਗੁਰਮਤਿ ਨੇ ਇਸ ਫਿਲਾਸਫੀ ਦੇ ਨਾਲ ਕੋਈ ਇਹ ਆਪਣਾ ਸੰਬੰਧ ਦੱਸਿਆ ਹੈ। ਪਿਆਰ, ਸ਼ਰਧਾ, ਭਾਵਨੀ, ਸਤਿਕਾਰ, ਇਹ ਚੀਜ਼ਾਂ ਜਿਹੜੀਆਂ ਹਨ ਉਹ ਹੋਣੀਆਂ ਚਾਹੀਦੀਆਂ ਹਨ। ਗੁਰੂ ਸਾਹਿਬ ਜੀ ਤਾਂ ਕਹਿੰਦੇ ਨੇ, ਮੈਨੂੰ ਪਤਾ ਹੀ ਨਹੀਂ ਪ੍ਰਮਾਤਮਾ ਕਿਵੇਂ ਭਿੱਜਦਾ ਹੈ, ਜਾਣੂ ਨਹੀਂ ਭਾਵੇਂ ਕਮਨ ਬਾਤਾ। ਮੈਨੂੰ ਨਹੀਂ ਪਤਾ ਉਹਨੂੰ ਕਿਹੜੀ ਗੱਲ ਪਸੰਦ ਹੈ, ਪਰ ਮਨ ਖੋਜ ਮਾਰਗ। ਅੱਗੇ ਗੁਰੂ ਪਾਤਸ਼ਾਹ ਜੀ ਨੇ, ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਰਾਗ ਜਦੋਂ ਇਹ ਗੱਲ ਲਿਖੀ ਹੈ ਨਾ, ਕਹਿੰਦੇ ਨੇ, ਮੈਂ ਦੇਖਦਾ ਧਿਆਨੀ ਧਿਆਨ ਲਾਵੇ, ਗਿਆਨੀ ਗਿਆਨ ਕਮਾਵੇ, ਪਰ ਪ੍ਰਭ ਕਿ ਨਹੀਂ ਜਾਤਾ। ਕਿਹਨੇ ਪ੍ਰਭ ਨੂੰ ਜਾਣਿਆ? ਧਿਆਨ ਲਾ ਲਾ ਕੇ ਦੇਖ ਕੇ, ਗਿਆਨੀਆਂ ਨੇ ਗਿਆਨ ਦੀਆਂ ਗੱਲਾਂ ਕਰਕੇ ਦੇਖ ਲਿਆ, ਵਿਦਵਾਨਾਂ ਨੇ ਵਿਦਵਾਨਾਂ ਦੀਆਂ ਗੱਲਾਂ ਕਰ ਲਈਆਂ। ਭਗਉਤੀ ਰਹਿਤ ਜੁਗਤਾ, ਜੋਗੀ ਕਹਿਤ ਮੁਕਤਾ, ਤਪਸੀ ਤਪੇ ਰਾਤਾ। ਦੱਸੋ, ਕਹਿੰਦੇ ਇਹ ਆਪਣਾ ਕੰਮ ਕਰੀ ਜਾਂਦੇ ਨੇ। ਮੌਨੀ ਮੌਨ ਧਾਰੀ, ਸੰਨਿਆਸੀ ਬ੍ਰਹਮਚਾਰੀ, ਉਹ ਆਪਣਾ ਕੰਮ ਕਰੀ ਜਾਂਦੇ। ਉਦਾਸੀ ਉਦਾਸ ਰਾਤਾ, ਉਦਾਸ ਵਿੱਚ ਫਸਿਆ ਹੋਇਆ ਹੈ। ਤੁਸੀਂ 9 ਪ੍ਰਕਾਰ ਦੀ ਭਗਤੀ ਕਹਿੰਦੇ ਹੋ, 9 ਪ੍ਰਕਾਰ ਦੇ ਗੁਣ ਕਹਿੰਦੇ ਹੋ, ਇਹ ਤਾਂ ਪਤਾ ਹੀ ਨਹੀਂ ਕਿੰਨੇ ਗੁਣ ਹਨ ਭਗਤੀ ਦੇ, ਜਿਹੜੇ ਆਪੋ ਆਪਣੇ ਮੱਤ ਤੇ ਲੱਗੇ ਹੋਏ ਹਨ। ਕਹਿੰਦੇ ਨੇ, ਭਗਤ ਨਵੇਂ ਪ੍ਰਕਾਰਾ, ਪੰਡਿਤ ਵੇਦ ਪੁਕਾਰਾ, ਗ੍ਰਸਤੀ ਗ੍ਰਸਤ ਧਰਮਾਤਾ। ਕਹਿੰਦੇ ਗ੍ਰਸਤੀ ਹੈ, ਗ੍ਰਸਤ ਵਿੱਚ ਬੈਠ ਕੇ ਆਪਣਾ ਕੰਮ ਕਰੀ ਜਾਂਦਾ ਹੈ। ਇੱਕ ਸ਼ਬਦੀ ਬਹੁ ਰੂਪ ਅਵਧੂਤਾ। ਉਹ ਕਹਿਣ ਦਾ ਮਤਲਬ ਇਹ ਹੈ ਕਿ ਇਹ ਵੱਖਰੀ ਵੱਖਰੀਆਂ ਭਗਤੀਆਂ ਜਿਹੜੀਆਂ ਇਹ ਕਹਿੰਦੇ ਨੇ ਗੁਰੂ ਅਰਜਨ ਦੇਵ ਮਹਾਰਾਜ, ਵੀ ਮੈਨੂੰ
ਸਮਝ ਨਹੀਂ ਪਰਮਾਤਮਾ ਨੂੰ ਕਿਹੜੀ ਗੱਲ ਚੰਗੀ ਲੱਗਦੀ ਹੈ। ਤੇ ਕਹਿੰਦੇ ਨੇ ਮੇਰੇ ਮਨ ਉਹ ਰਸਤਾ ਲੱਭ ਜਿਸ ਉਤੇ ਤੁਰ ਕੇ ਪਰਮਾਤਮਾ ਨੂੰ ਖੁਸ਼ ਕੀਤਾ ਜਾ ਸਕਦਾ ਹੈ। ਜਾਨੂ ਨਾ ਹੋਈ ਭਾਵੇ ਕਵਨ ਬਾਤਾ, ਮੈਨੂੰ ਨਹੀਂ ਪਤਾ ਉਹਨੂੰ ਕਿਹੜੀ ਗੱਲ ਚੰਗੀ ਲੱਗਦੀ ਹੈ। ਤੇ ਨਾਲ ਆਪਣੇ ਮਨ ਨੂੰ ਕਹਿੰਦੇ ਨੇ ਤੂੰ ਉਹ ਗੱਲਾਂ ਲੱਭ ਜਿਹਦੇ ਤੇ ਨਾਲ ਪ੍ਰਮਾਤਮਾ ਨੂੰ ਖੁਸ਼ ਕੀਤਾ ਜਾ ਸਕਦਾ ਹੈ। ਤੇ ਉਹ ਜਦੋਂ ਉਹਦੀ ਗੱਲ ਕੀਤੀ, ਉਹਦੇ ਚ ਗੁਰੂ ਸਾਹਿਬ ਸ਼ਬਦ ਵਿੱਚ ਕਹਿੰਦੇ ਨੇ ਵੀ ਸਮਾਧੀਆਂ ਲਾਉਣ ਵਾਲੇ ਸਮਾਧੀਆਂ ਲਾਈ ਜਾਂਦੇ ਨੇ, ਵਿਦਵਾਨ ਲੋਕ ਚਰਚਾ ਕਰੀ ਜਾਂਦੇ ਹਨ, ਧਰਮ ਗ੍ਰੰਥਾਂ ਦੇ ਉੱਤੇ ਚਰਚਾ ਹੀ ਹੋਈ ਜਾਂਦੀ ਹੈ, ਪਰ ਪਰਮਾਤਮਾ ਨੂੰ ਸਮਝਣ ਵਾਲਾ ਕੋਈ ਬਿਰਲਾ ਹੀ ਹੈ। ਇਹਨਾਂ ਤਰੀਕਿਆਂ ਨਾਲ ਵੀ ਪ੍ਰਮਾਤਮਾ ਨਹੀਂ ਮਿਲਦਾ, ਕੇਵਲ ਗੱਲਾਂ ਕਰ ਲੈਣ ਨਾਲ। ਗੱਲਾਂ ਨਾਲ ਸ਼ੌਹ ਦੀ ਪ੍ਰਾਪਤੀ ਨਹੀਂ ਹੁੰਦੀ, ਗੱਲਾਂ ਕਰ ਲੈਣ ਨਾਲ ਰੱਬ ਨਹੀਂ ਮਿਲਦਾ। ਫਿਰ ਕਹਿੰਦੇ ਨੇ ਜਿਹੜੇ ਵੈਸ਼ਨਵ ਭਗਤ ਨੇ ਉਹ ਵਰਤ, ਤੁਲਸੀ ਮਾਲਾ, ਤੀਰਥ ਇਸ਼ਨਾਨ, ਇਹਨਾਂ ਕੰਮਾਂ 'ਚ ਹੀ ਲੱਗੇ ਰਹਿੰਦੇ ਹਨ। ਜਿਵੇਂ ਫੁੱਲਾਂ ਦੇ ਲਿਖਿਆ ਵੀ ਫੁੱਲਾਂ ਦੇ ਜਲ ਦੀ ਨਾਲ ਵਾਲੀ ਪੂਜਾ ਕਰਨੀ, ਅਰਚਨਾ ਕਰਨੀ। ਜੋਗੀ ਕਹਿੰਦੇ ਨੇ ਅਸੀਂ ਮੁਕਤ ਹੋ ਗਏ ਹਾਂ, ਜੋਗੀ ਯੋਗ ਦੀ ਸਾਧਨਾ ਕਰਕੇ ਕਹਿ ਦਿੰਦੇ ਨੇ ਅਸੀਂ ਮੁਕਤ ਹੋ ਗਏ ਹਾਂ। ਤੇ ਸਾਧੂ ਜਿਹੜੇ ਤਪ ਕਰਨ ਵਾਲੇ ਸਾਧੂ ਹਨ ਉਹ ਕਹਿੰਦੇ ਨੇ ਅਸੀਂ ਮੁਕਤ ਹੋ ਗਏ ਹਾਂ। ਉਹ ਬਸ ਤਪ ਕਰਨ ਵਿੱਚ ਉਹਨਾਂ ਦੀ ਹਮੇਸ਼ਾ ਮਸਤੀ ਰਹਿੰਦੀ ਆ, ਤਪ ਹੀ ਕਰੀ ਜਾਂਦੇ ਹਨ। ਤੁਸੀਂ 9 ਪ੍ਰਕਾਰ ਦੀ ਭਗਤੀ ਕਰਦੇ ਹੋ। ਕੋਈ ਕਹਿੰਦਾ ਭਗਤੀ 9 ਪ੍ਰਕਾਰ ਦੀ ਹੁੰਦੀ ਹੈ। ਪੰਡਤ ਉੱਚੀ ਉੱਚੀ ਰੌਲਾ ਪਾ ਕੇ ਕਹਿੰਦਾ ਵੀ ਗ੍ਰਸਤੀ ਜਿਹੜਾ ਉਹ ਗ੍ਰਸਤ ਧਰਮ ਵਿੱਚ ਹੀ ਮਸਤ ਰਹਿੰਦਾ, ਉਹਨੂੰ ਆਪਣੀ ਗ੍ਰਸਤੀ ਧਰਮ 'ਚ ਵੀ ਸਭ ਤੋਂ ਚੰਗਾ ਲੱਗਦਾ। ਗ੍ਰਸਤੀ ਦੀ ਗੱਲ ਕੀਤੀ ਹੈ। ਤਾਂ ਅਨੇਕਾਂ ਲੋਕ ਐਸੇ ਹਨ ਜੋ ਅਲੱਖ ਲੱਖ 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 ਕਰਦੇ, ਮੂੰਹ ਬੋਲਦੇ। ਕਈ ਬੇਰੂਪੀਏ ਹਨ, ਉਹ ਕਈ ਨੰਗੇ ਤੁਰੇ ਫਿਰਦੇ ਹਨ, ਕੋਈ ਖਾਸ ਕਿਸਮ ਦੇ ਚੋਲੇ ਪਾ ਲੈਂਦੇ ਹਨ, ਕਈ ਤਰ੍ਹਾਂ ਦੇ ਨਾਟਕ ਚੇਟਕ ਸਵਾਂਗ ਰਚ ਲੈਂਦੇ ਹਨ। ਕਈ ਐਸੇ ਹਨ ਜੋ ਰਾਤਾਂ ਜਾ ਕੇ ਗੁਜ਼ਾਰੀ ਜਾਂਦੇ ਹਨ। ਕਈ ਐਸੇ ਹਨ ਜੋ ਤੀਰਥਾਂ ਦੇ ਉੱਤੇ ਜਾ ਕੇ ਟਿਕੇ ਹੋਏ ਹਨ, ਉਹਨਾਂ ਦਾ ਟਿਕਾਣਾ ਹੀ ਤੀਰਥਾਂ ਦੇ ਉੱਤੇ ਹੈ। 9 ਪ੍ਰਕਾਰ ਦੀ ਭਗਤੀ। ਅਨੇਕਾਂ ਐਸੇ ਹਨ ਜੋ ਭੁੱਖੇ ਹੀ ਰਹਿੰਦੇ ਨੇ, ਖਾਂਦੇ ਹੀ ਕੁਛ ਨਹੀਂ। ਸਾਡੇ ਬਾਬਾ ਜੀ ਤਾਂ ਭੋਰੇ 'ਚ ਵੜ ਕੇ ਉਹਦਾ ਦੁੱਧ ਹੀ ਪੀਂਦੇ ਆ। ਏਦਾਂ ਦੇ ਲੋਕੀ ਵੀ ਹਨ ਸਾਡੇ ਸਮਾਜ ਵਿੱਚ ਮਿਲਦੇ ਹਨ। ਕਈ ਏਦਾਂ ਦੇ ਵੀ ਹਨ ਜਿਹੜੇ ਦੂਜੇ ਨੂੰ ਹੱਥ ਤੱਕ ਨਹੀਂ ਲਾਉਂਦੇ, ਛੂੰਹਦੇ ਤੱਕ ਹੀ ਨਹੀਂ ਕਿ ਭੇਟ ਨਾ ਜਾਣ। ਏਦਾਂ ਦੇ ਲੋਕੀ ਵੀ ਸਾਨੂੰ ਮਿਲਦੇ ਨੇ। ਇੱਕ ਤਾਂ ਸੁੱਚ ਭੇਟ ਦੇ ਕਰਨ ਵਾਲੇ, ਜਿਵੇਂ ਹਰਿਦੁਆਰ ਵਿੱਚ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਸੀ, ਭਾਈ ਮਰਦਾਨੇ ਨੂੰ ਕਹਿੰਦਾ ਸੀ ਮੈਂ ਜਿਉਂਦਿਆਂ ਅੱਗ ਨਾਲ ਹੀ ਸਾੜ ਦੇਣਾ, ਜਿਹੜਾ ਵੈਸ਼ਨਵ ਸਾਧੂ ਸੀ, ਵੀ ਇਹਨੇ ਮੇਰਾ ਚੌਂਕਾ ਭ੍ਰਿਸ਼ਟ ਕਰ ਦਿੱਤਾ। ਤਾਂ ਏਦਾਂ ਦੇ ਲੋਕੀ ਵੀ ਹਨ ਜਿਹੜੇ ਇਹ ਕੰਮ ਕਰੀ ਜਾਂਦੇ ਨੇ। ਅਨੇਕਾਂ ਐਸੇ ਹਨ ਜਿਹੜੇ ਗੁਫਾਵਾਂ ਅੰਦਰ ਜਾ ਕੇ, ਭੌਰਿਆਂ ਅੰਦਰ ਜਾ ਕੇ ਵੜ ਗਏ, ਕਿਸੇ ਨੂੰ ਦਰਸ਼ਨ ਹੀ ਨਹੀਂ ਦਿੰਦੇ, ਕਿਸੇ ਨੂੰ ਆਪਣੀ ਸ਼ਕਲ ਨਹੀਂ ਦਿਖਾਉਂਦੇ। ਅਨੇਕਾਂ ਦੇ ਐਸੇ ਲੋਕ ਨੇ। ਕਈ ਐਸੇ ਲੋਕ ਹਨ ਜੋ ਆਪਣੇ ਮਨ ਵਿੱਚ ਹੀ ਗਿਆਨਵਾਨ ਬਣ ਕੇ ਬੈਠੇ ਹੋਏ, ਅਸੀਂ ਸਭ ਤੋਂ ਸਿਆਣੇ ਆ, ਸਾਨੂੰ ਲੋੜ ਹੀ ਕੋਈ ਨਹੀਂ ਕਿਸੇ ਹੋਰ ਚੀਜ਼ ਦੀ। ਦੁਨੀਆ 'ਚ ਏਦਾਂ ਦੇ ਲੋਕ ਵੀ ਹਨ। ਤੁਸੀਂ ਨਵਦਾ ਭਗਤਾਂ ਦੀ ਗੱਲ ਕੀਤੀ ਹੈ, ਪਰ ਦੁਨੀਆ ਤਾਂ ਇਹ ਤੋਂ ਬੜੀ ਉੱਚੀ ਹੈ। ਦੁਨੀਆ ਦੇ ਇਸ ਤੋਂ ਕਈ ਗੁਣਾ ਉੱਚੀ ਹੈ। ਕਿਸੇ ਨੇ ਵੀ ਆਪਣੇ ਨੂੰ ਕਿਸੇ ਨਾਲੋਂ ਘੱਟ ਨਹੀਂ ਕੁਆਇਆ। ਸਾਰੇ ਜਿਹੜੇ ਬੰਦੇ ਨੇ ਅਸੀਂ ਕਿਸੇ ਤੋਂ ਘੱਟ ਨਹੀਂ ਹੈਗੇ, ਚੜ੍ਹਦੇ ਤੋਂ ਚੜ੍ਹਦਾ ਹੀ ਆਉਂਦਾ ਜਿਹੜਾ ਆਉਂਦਾ। ਹਰ ਬੰਦਾ ਆਪਣੇ ਆਪ ਨੂੰ ਪੂਰਾ ਸਮਝਦਾ। ਘੱਟ ਨਾ ਕਿ ਨਹੀਂ ਕਹਾਇਆ, ਸਭ ਕਹਤੇ ਹੈ ਪਾਇਆ। ਸਾਰੇ ਕਹਿੰਦੇ ਪਾ ਲਿਆ, ਲੱਭ ਲਿਆ। ਪਰ ਅਸਲ ਵਿੱਚ ਪਰਮਾਤਮਾ ਦਾ ਭਗਤ ਉਹ ਹੈ ਜਿਹਨੇ ਪਰਮਾਤਮਾ ਨੂੰ ਆਪਣੇ ਅੰਦਰ ਦੇਖ ਲਿਆ, ਜਿਹਨੇ ਪਰਮਾਤਮਾ ਨਾਲ ਇਕਤਾ ਹਾਸਲ ਕਰ ਲਈ। ਤੇ ਸਤਿਗੁਰੂ ਕਹਿੰਦੇ ਮੈਂ ਸਾਰੀਆਂ ਦਲੀਲਾਂ ਛੱਡ ਕੇ ਵਾਹਿਗੁਰੂ ਤੇਰੀ ਸ਼ਰਨ ਵਿੱਚ ਆਇਆ, ਤੇ ਤੇਰੀ ਸ਼ਰਨ ਵਿੱਚ ਹੀ ਸਾਰਾ ਕੁਝ ਹੈ। ਮੈਨੂੰ ਨਹੀਂ ਪਤਾ ਭਗਤੀ ਕਿੰਨੇ ਪ੍ਰਕਾਰ ਦੀ ਹੈ, ਭਗਤੀ ਕਿਸ ਤਰ੍ਹਾਂ ਹੁੰਦੀ ਹੈ। ਮੈਂ ਤਾਂ ਤੇਰੇ ਚਰਨਾਂ ਤੇ ਆ ਕੇ ਡਿੱਗ ਪਿਆ। ਬਸ ਮੈਨੂੰ ਤਾਂ ਇੰਨਾ ਹੀ ਪਤਾ ਲੱਗ ਗਿਆ, ਇਸ ਗੱਲ ਦੀ ਸਮਝ ਆ ਗਈ ਹੈ, ਇਹ ਘਾਟ ਨਾ ਕਿਨੀ ਕਹਾਇਆ, ਸਭ ਕਹਤੇ ਹੈ ਪਾਇਆ। ਜਿਸ ਮੇਲੇ ਸੋ ਭਗਤ, ਵੀ ਜਿਹਨੂੰ ਤੂੰ ਮੇਲਵੇਂ ਉਹ ਤੇਰਾ ਭਗਤ ਹੁੰਦਾ, ਉਹੀ ਭਗਤੀ ਹੈ। ਫਿਰ ਕੀ ਕਹਿੰਦੇ ਸਗਲ ਉਕਤ ਅਪਾਵਾ, ਜਿੰਨੇ ਉਪਾਸ਼ ਸ਼ਬਦ ਰਾਹੀਂ ਗੁਰੂ ਅਰਜਨ ਦੇਵ ਮਹਾਰਾਜ ਨੇ ਦੱਸੇ ਭਗਤ ਨਵੇਂ ਪ੍ਰਕਾਰ ਦੀ, ਇਹ 'ਚ ਜਿੰਨੇ ਕਹਿੰਦੇ ਤੁਸੀਂ ਉਪਾਅ ਦੱਸੇ ਨਾ, ਇਹ ਸਾਰੇ ਕਹਿੰਦੇ ਨੇ ਸਗਲ ਉਕਤ ਉਪਾਵਾ, ਤਿਆਗੀ ਸ਼ਰਨ ਪਾਵਾ, ਨਾਨਕ ਗੁਰ ਚਰਨ ਪ੍ਰਾਤਾ। ਮੈਂ ਤਾਂ ਤੇਰੇ ਚਰਨਾਂ ਦੇ ਵਿੱਚ ਆ ਗਿਆ। ਤਾਂ ਸਿੱਖ ਦੀ ਭਗਤੀ ਜਿਹੜੀ ਹੈ 9 ਪ੍ਰਕਾਰ ਦਾ ਕੋਈ ਲੈਣ ਦੇਣ ਨਹੀਂ। ਇਹਦੀ ਭਗਤੀ ਗੁਰੂ ਚਰਨਾਂ ਨਾਲ ਮੁਹੱਬਤ ਹੈ। ਸਿੱਖ ਦੀ ਭਗਤੀ ਗੁਰੂ ਚਰਨਾਂ ਨਾਲ ਪਿਆਰ ਹੈ। ਸਿੱਖ ਦੀ ਭਗਤੀ ਆਪਾ ਮਾਰਨ ਦੀ ਹੈ। ਸਿੱਖ ਦੀ ਭਗਤੀ ਆਤਮ ਸਮਰਪਣ ਦੀ ਹੈ। ਸਿੱਖ ਦੀ ਭਗਤੀ ਗ੍ਰਸਤ ਵਿੱਚ ਰਹਿ ਕੇ ਪਰਿਵਾਰ ਦੇ ਫਰਜ਼ ਪੂਰੇ ਕਰਨ ਵਾਲੀ ਹੈ। ਸਿੱਖ ਦੀ ਭਗਤੀ
ਕੇਵਲ ਫੁੱਲਾਂ ਤੱਕ, ਪਾਣੀ ਤੱਕ ਥਾਲੀਆਂ ਘੁਮਾਉਂਦੀ ਨਹੀਂ ਹੈ। ਸਿੱਖ ਦੀ ਭਗਤੀ ਆਪਣਾ ਮਨ ਨੂੰ ਘੁਮਾਉਂਦੀ ਹੈ। ਉਸ ਮਨ ਨੂੰ ਪਰਮਪਿਤਾ ਪਰਮੇਸ਼ਰ ਦੇ ਨਾਲ ਕਿਵੇਂ ਜੋੜਨਾ ਹੈ, ਪਰਮਪਿਤਾ ਪਰਮੇਸ਼ਰ ਦੇ ਨਾਲ ਕਿਵੇਂ ਕਰਨਾ ਹੈ। ਤਾਂ ਇਹ ਸਿੱਖ ਦੀ ਭਗਤੀ ਇਸ ਪ੍ਰਕਾਰ ਦੀ ਹੈ। ਤੇ ਨਵਦ ਭਗਤ ਇਹ ਉਹਨਾਂ ਕਿਸੇ ਹੋਰ ਦਾ ਮਤ ਹੋਏਗਾ, ਪਰ ਗੁਰਮਤ ਵਿੱਚ ਭਗਤੀ ਦੀਆਂ ਕਿਸਮਾਂ ਦਾ ਜਾਂ ਭਗਤੀ ਲਈ ਕੀ ਗੁਣ ਚਾਹੀਦੇ ਹਨ, ਸਿਰਫ ਇੱਕੋ ਹੀ ਗੁਣ ਚਾਹੀਦਾ ਹੈ, ਆਪਾ ਸਮਰਪਣ, ਓਨਲੀ ਸਰੈਂਡਰ। ਸਭ ਤੋਂ ਵੱਡਾ ਗੁਣ ਤੇ ਇਹ ਹੈ, ਜਿਨ ਮਨ ਭਾਓ ਤਿਨਾ ਮਨ ਭਾਓ। ਗੁਰਮਤ ਦੀ ਸਭ ਤੋਂ ਵੱਡੀ ਫਿਲਾਸਫੀ ਹੈ, ਜਿਨ੍ਹਾਂ ਦੇ ਅੰਦਰ ਉਹਦਾ ਅਦਬ ਹੈ, ਉਹਨਾਂ ਦੇ ਅੰਦਰ ਹੀ ਪਿਆਰ ਹੈ, ਬਸ ਉਹੀ ਪ੍ਰਵਾਨ ਹੋ ਜਾਂਦੇ ਨੇ। ਕਿਹੜੇ? ਤੁਮ ਸਮਰੱਥਾ ਕਾਰਨ ਕਰਨ, ਢਾਕਣ ਢਾਵ ਗੋਬਿੰਦ ਮੇਰੇ, ਗੋਬਿੰਦ ਗੁਰ ਮੇਰੇ, ਮੋਹਿ ਅਪਰਾਧੀ ਸ਼ਰਨ ਚਰਨ। ਗੁਰਮਤ ਦੀ ਭਗਤੀ ਸ਼ਰਨ ਪੈਂਦੀ ਹੈ। ਗੁਰਮਤ ਦੀ ਭਗਤੀ ਕਿਸੇ ਪ੍ਰਕਾਰਾਂ ਨਾਲ ਜਾਂ ਹੋਰ ਫਿਲਾਸਫੀਆਂ ਦੇ ਨਾਲ ਨਹੀਂ ਬਣਦੀ। ਅਗਲਾ ਸ਼ਬਦ ਆਉਂਦਾ ਹੈ ਨਾਦ। ਜੋਗ ਮਤ ਵਿੱਚ ਇਹ ਸ਼ਬਦ ਆਮ ਵਰਤਿਆ ਜਾਂਦਾ ਹੈ। ਜਦੋਂ ਪ੍ਰਾਣਾਯਾਮ ਕਰਕੇ ਜੋਗੀ ਲੋਕ ਜਿਹੜੇ ਨੇ, ਆਪਾਂ ਜਾਣਦੇ ਹਾਂ, ਉਹ ਕਹਿੰਦੇ ਕੁੰਡਲਨੀ ਹੈ, ਕੁੰਡਲਨੀ ਉਹਨਾਂ ਦੀ ਉੱਠ ਪੈਂਦੀ ਹੈ, ਜਾਗ ਪੈਂਦੀ ਹੈ, ਤਾਂ ਉਹ ਇਹ ਮੇਰੂਦੰਡ ਦੇ ਆਸਰੇ ਸੁਖਮਨਾ ਦੇ ਵਿੱਚੋਂ ਲੰਘ ਕੇ, ਸੁਖਮਨਾ ਜਿਹੜੀ ਨਾੜੀ ਹੈ ਉਹ ਚੋਂ ਲੰਘ ਕੇ ਉੱਪਰ ਨੂੰ ਉੱਠਦੀ ਹੈ, ਤਾਂ ਇੱਥੇ ਜਾ ਕੇ ਇੱਕ ਆਵਾਜ਼ ਪੈਦਾ ਹੁੰਦੀ ਹੈ। ਇਸ ਆਵਾਜ਼ ਨੂੰ ਜੋਗੀ ਲੋਕ ਨਾਦ ਕਹਿੰਦੇ ਨੇ। ਉਹ ਕਹਿੰਦੇ ਜਦੋਂ ਆਪਸ ਵਿੱਚ ਟਕਰਾਉਂਦੀਆਂ ਨੇ, ਉੱਥੇ ਆਵਾਜ਼ ਪੈਦਾ ਹੁੰਦੀ ਹੈ, ਉਸ ਆਵਾਜ਼ ਨੂੰ ਉਹ ਨਾਦ ਕਹਿੰਦੇ ਹਨ, ਜੋਗੀ ਲੋਕ ਜਿਹੜੇ ਹਨ। ਉਹਨਾਂ ਦੇ ਅਨੁਸਾਰ ਨਾਦ ਪਿੰਡੇ ਤੇ ਬ੍ਰਹਿਮੰਡ ਸਾਰੇ ਹੀ ਹੋ ਰਿਹਾ ਹੈ, ਲੇਕਿਨ ਹਰ ਇੱਕ ਨੂੰ ਇਹ ਸੁਣਾਈ ਨਹੀਂ ਦਿੰਦਾ। ਉਹ ਕਹਿੰਦੇ ਨੇ ਸਰੀਰ ਵਿੱਚ ਤੇ ਸੰਸਾਰ ਵਿੱਚ ਇਹ ਨਾਦ ਜਿਹੜਾ ਵੱਜਦਾ ਹੈ, ਪਰ ਸੁਣਦਾ ਨਹੀਂ ਹੈ। ਉਹਨਾਂ ਦੇ ਕਹਿਣ ਮੁਤਾਬਕ ਉਹੀ ਸੁਣ ਸਕਦੇ ਨੇ ਜਿਹੜੇ ਯੋਗ ਦੇ 8 ਜਿਹੜੇ ਅਸ਼ਟਾਂਗ ਸਾਧਨ ਹਨ, ਉਹਨਾਂ ਦੁਆਰਾ ਸੁਖਮਨ ਨੂੰ ਪਵਿੱਤਰ ਕਰਕੇ ਸਮਾਧੀ ਲਾ ਕੇ ਬੈਠ ਜਾਂਦੇ ਹਨ, ਔਰ ਜਿਨ੍ਹਾਂ ਨੇ ਕੁੰਡਲੀ ਨੂੰ ਜਗਾ ਕੇ 10ਵੇਂ ਦੁਆਰ ਦੀ ਗੱਲ ਜਿਹੜੀ ਸਮਝ ਆ ਗਈ, ਉਹਨਾਂ ਨੇ ਉਹ ਕਿ ਜੋਗੀ ਮਤ ਦੇ ਅਨੁਸਾਰ ਨਾਦ ਦੀ ਜਿਹੜੀ ਪਰਿਭਾਸ਼ਾ ਹੈ ਉਹ ਇਸ ਢੰਗ ਦੀ ਹੈ। ਉਹਨਾਂ ਦੇ ਨਾਦ ਦੇ 2 ਭੇਦ ਹਨ, 2 ਹਿੱਸੇ ਹਨ। ਇੱਕ ਆਹਤ ਨਾਦ ਹੈ, ਇੱਕ ਅਨਾਹਤ ਨਾਦ ਹੈ। ਦੋ ਉਹਨਾਂ ਦੇ ਜੋਗ ਮਤ ਦੇ ਭੇਦ ਹਨ। ਇਹ ਜਦੋਂ ਸਿੱਧ ਗੋਸ਼ਟ ਦੀ ਬਾਣੀ ਵਿਚਾਰ ਕੀਤੀ ਸੀ, ਉਦੋਂ ਵੀ ਅਸੀਂ ਕੁਝ ਗੱਲਾਂ ਵਿਚਾਰੀਆਂ ਸੀ। ਆਹਤ ਨਾਦ ਦੇ ਦੋ ਚੀਜ਼ਾਂ ਦੇ ਟਕਰਾਅ ਤੋਂ ਪੈਦਾ ਹੁੰਦਾ ਹੈ, ਲੇਕਿਨ ਅਨਾਹਤ ਨਾਦ ਇੱਕ ਐਸੀ ਚੀਜ਼ ਹੈ ਜੋ ਇਸ ਤਰ੍ਹਾਂ ਨਹੀਂ, ਸਗੋਂ ਆਪਣੇ ਆਪ ਇਹ ਉਹਨਾਂ ਦੀ ਆਵਾਜ਼ ਜਿਹੜੀ ਹੈ ਸ਼ੰਖਾਂ ਦੀ, ਘੰਟਿਆਂ ਦੀ ਜਾਂ ਹੋਰ ਆਵਾਜ਼ਾਂ ਜਿਹੜੀਆਂ ਸੁਣਦੀਆਂ, ਜਿਹਨੂੰ ਅਨਹਤ ਸ਼ਬਦ ਕਿਹਾ ਗਿਆ ਗੁਰਬਾਣੀ ਦੇ ਵਿੱਚ ਵੀ। ਜਿਹੜਾ ਸ਼ਬਦ ਆਹਤ ਨਾਦ ਹੈ ਉਹ 2 ਚੀਜ਼ਾਂ ਦੇ ਟਕਰਾਅ ਤੋਂ, ਜਿਵੇਂ ਆਪਾਂ ਛੈਣੇ ਵਜਾਏ, ਹੋਰ ਚੀਜ਼ਾਂ ਵਜਾਈਆਂ, ਢੋਲਕੀ ਵਜਾ ਲਈ, ਉੱਤੇ ਹੱਥ ਮਾਰਿਆ, ਜਾਂ 2 ਚੀਜ਼ਾਂ ਦਾ ਪੱਥਰਾਂ ਨਾਲ ਪੱਥਰ ਮਾਰਿਆ, ਇਹ ਚ ਨਾਦ ਜਿਹੜੀ ਆਵਾਜ਼ ਪੈਂਦੀ ਉਹ ਆਹਤ ਨਾਦ ਦੀ, ਜਿਹੜੀਆਂ 2 ਚੀਜ਼ਾਂ ਦੇ ਟਕਰਾਅ ਦੇ ਨਾਲ ਹੁੰਦੀ ਹੈ। ਲੇਕਿਨ ਜਿਹੜੀ ਅਨਾਹਤ ਨਾਦ ਦੀ ਹੈ ਉਹ ਟਕਰਾਅ ਨਾਲ ਨਹੀਂ ਹੁੰਦੀ, ਉਹ ਅੰਦਰ ਆਟੋਮੈਟਿਕ ਆਵਾਜ਼ ਇਹਨਾਂ 5 ਚੀਜ਼ਾਂ ਦੀ ਸੁਣਦੀ, ਜਿਹਨੂੰ 5 ਬਾਜੇ 5 ਸ਼ਬਦ ਤੇ ਘਰ ਸੁਹਾਗੇ ਦੀ ਗੱਲ ਕੀਤੀ ਹੈ। ਉਹ ਉਸ ਗੱਲ ਦੇ ਜੋਗੀ ਵੀ ਇਹ ਕਹਿੰਦੇ ਨੇ ਵੀ ਜੋਗੀ ਨਾਦ ਬਿਰਤੀ ਟਿਕਾ ਕੇ ਆਤਮ ਆਨੰਦ ਮਾਣਦੇ ਹਨ। ਇਹ ਜਿਹੜੇ ਜੋਗੀ ਕਹਿੰਦੇ ਨੇ ਉਹ ਨਾਦ ਦੇ ਉੱਤੇ ਆਵਾਜ਼, ਉਸ ਆਵਾਜ਼ ਤੇ ਜਿਹੜੀ ਆਟੋਮੈਟਿਕ ਸੁਣਦੀ ਹੈ, ਉਹਨੂੰ ਉੱਤੇ ਬਿਰਤੀ ਟਿਕਾ ਕੇ ਉਹਦਾ ਆਨੰਦ ਮਾਣਦੇ ਹਨ। ਹਠ ਯੋਗ ਦੀ ਦਾ ਜਿਹੜਾ ਲਿਖਾਰੀ ਇੱਕ ਲਿਖਦਾ ਹੈ, ਉਹ ਹੈ ਕਿ ਜੋਗੀ ਮੁਕਤ ਆਸਨ ਲਾ ਕੇ ਸੰਭਵੀ ਮੁਦਰਾ ਧਾਰਨ ਕਰਕੇ ਫਿਰ ਇਕਾਗਰ ਚਿਤ ਹੋ ਕੇ ਅੰਦਰ ਦੀਆਂ ਆਵਾਜ਼ਾਂ ਸੁਣੇ। ਇਹ ਸੱਜੇ ਕੰਨ ਪਾਸ ਸੁਣਾਈ ਦੇਣਗੀਆਂ। ਕੰਨ, ਨੱਕ, ਮੂੰਹ, ਅੱਖਾਂ ਬੰਦ ਕਰਨ ਤੋਂ ਬਾਅਦ ਪ੍ਰਾਣਾਯਾਮ ਰਾਹੀਂ ਨਿਰਮਲ ਕੀਤੀ ਸੁਖਮਨਾ ਵਿੱਚ ਇਹ ਨਾਦ ਸੁਣਾਈ ਦੇਵੇਗਾ। ਇਸ ਦੀਆਂ 4 ਹਾਲਤਾਂ ਹਨ: ਆਰੰਭ, ਘਟ, ਪਰਿਚੈ ਤੇ ਨਿਸ਼ਪਤੀ। ਪਹਿਲੀ ਅਵਸਥਾ ਇਹ ਹੈ ਕਿ ਜਦੋਂ ਪ੍ਰਾਣਾਯਾਮ ਕਰਕੇ ਬ੍ਰਹਮ ਗ੍ਰੰਥੀ ਵਿੰਨੀ ਜਾਂਦੀ ਹੈ ਤਾਂ ਹਿਰਦੇ ਵਿੱਚ ਗਹਿਣਿਆਂ ਦੀ ਛਣਕਾਟ ਵਾਂਗੂ ਆਵਾਜ਼ ਆਉਂਦੀ ਹੈ। ਫਿਰ ਜਿਉਂ-ਜਿਉਂ ਇਹ ਨਾਦ ਦਾ, ਇੱਥੋਂ ਸਮਝਣਾ ਚਾਹੀਦਾ ਵੀ ਇਹ ਨਾਦ ਦਾ ਆਰੰਭ ਹੋਇਆ ਹੈ, ਪਹਿਲੀ ਅਵਸਥਾ ਹੈ। ਫਿਰ ਦੇਹੀ ਦਿਵਯ ਤੇਜਸਵੀ ਸੁਗੰਧਿਤ ਤੇ ਆਨੰਦਪੂਰਨ ਹੋ ਜਾਂਦੀ ਹੈ। ਘੱਟ ਅਵਸਥਾ ਸਮੇਂ ਸਵਾਸ ਮਦਰ ਚੱਕਰ ਵੀ ਜਾਂਦੇ ਹਨ
ਤੇ ਜੋਗੀ ਅਡੋਲ ਆਸਨ ਤੇ ਦੇਵ ਗਿਆਨ ਦਾ ਮਾਲਕ ਹੋ ਜਾਂਦਾ ਹੈ। ਵਿਸ਼ਨੂੰ ਗ੍ਰੰਥੀ ਨੂੰ ਵਿਲ ਲੈਣਾ ਪਰਮਾਨੰਦ ਦਾ ਸੂਚਕ ਹੈ। ਇਸ ਤਰ੍ਹਾਂ ਸੁਨ ਦੇ ਭੇਰੀ ਵਰਗਾ ਸ਼ਬਦ ਸੁਣਾਈ ਦਿੰਦਾ ਹੈ। ਤੀਜੀ ਅਵਸਥਾ ਵਿੱਚ ਪ੍ਰੀਚਿਆ ਸਮੇਂ ਢੋਲਕੀ ਦੀ ਆਵਾਜ਼ ਆਉਂਦੀ ਹੈ ਤੇ ਸਵਾਸ ਮਹਾਸੁਨ ਵਿੱਚ ਜੋ ਸਾਰੀਆਂ ਸਿੱਧੀਆਂ ਦਾ ਸਥਾਨ ਹੈ ਉੱਥੇ ਚਲੇ ਜਾਂਦੇ ਹਨ ਅਤੇ ਸਹਿਜ ਆਨੰਦ ਪ੍ਰਾਪਤ ਹੋ ਜਾਂਦਾ ਹੈ। ਜੋਗੀ ਦੁੱਖ ਵਡੇਪਾ ਰੋਗ ਭੁੱਖ ਨੀਂਦ ਉੱਤੇ ਕਾਬੂ ਪਾ ਲੈਂਦਾ ਹੈ। ਜਦ ਰੁਦਰ ਗ੍ਰੰਥੀ ਨੂੰ ਵਿੰਨ ਕੇ ਸਵਾਸ ਈਸ਼ਵਰ ਦੇ ਸਥਾਨ ਤੇ ਚਲੇ ਜਾਂਦੇ ਆ ਤਾਂ ਉੱਥੇ ਚੌਥੀ ਅਵਸਥਾ ਨਿਸ਼ਪਤੀ ਹੈ, ਉਹਨੂੰ ਨਿਸ਼ਪਤੀ ਕਹਿੰਦੇ ਨੇ। ਤੇ ਇੱਥੋਂ ਬੰਸਰੀ ਤੇ ਬੀਨਾ ਵਰਗੀ ਇੱਕ ਆਵਾਜ਼ ਹੀ ਹੁੰਦੀ ਹੈ। ਇਹ ਹਠ ਯੋਗ ਪ੍ਰਦੀਪਕਾ ਦਾ ਚੌਥਾ ਉਪਦੇਸ਼ ਸ਼ਲੋਕ ਨੰਬਰ 65 ਤੋਂ 76 ਤੱਕ ਸਾਰੇ ਲਿਖੇ ਹੋਏ ਮਿਲਦੇ ਹਨ। ਜੋਗੀਆਂ ਦੇ ਲਿਖੇ ਹੋਏ ਮਿਲਦੇ ਨੇ। ਜੋਗ ਮਤ ਦੀ ਗੱਲ ਕਰ ਰਿਹਾ। ਤਾਂ ਸਿੱਧਾਂ ਦੇ ਵਿੱਚ ਨਾਥਾਂ ਦੇ ਵਿੱਚ ਨਾਦ ਦਾ ਇੱਕ ਵਿਸ਼ੇਸ਼ ਮਹੱਤਵ ਹੈ। ਇਹ ਨਾਦ ਸੁਣਨ ਲਈ ਉਹ ਹਠ ਯੋਗ ਦੀ ਘਾਲਣਾ ਘਾਲਦੇ ਹਨ। ਇਸ ਕਰਕੇ ਇਹਨਾਂ ਨੂੰ ਨਾਦੀ ਆਖਦੇ ਹਨ। ਤੇ ਬਾਕੀ ਵੇਦ ਸ਼ਾਸਤਰ ਦੇ ਮਤ ਵਾਲਿਆਂ ਨੂੰ ਬੇਦੀ ਕਹਿੰਦੇ ਹਨ। ਜਿਹੜੇ ਬੇਦੀ ਤ੍ਰਿਵੇਦੀ ਤਿੰਨਾਂ ਵੇਦਾਂ ਦੇ ਉਹਨਾਂ ਨੂੰ ਕਹਿੰਦੇ ਹਨ। ਤੰਤਰਾਂ ਜਿਹੜੇ ਤਾਂਤਰਿਕ ਹਨ ਉਹਨਾਂ ਵਿੱਚ ਵੀ ਨਾਦ ਤੇ ਬਿੰਦ ਦੋਨਾਂ ਦੀ ਮਾਨਤਾ ਹੈ। ਕਬੀਰ ਸਾਹਿਬ ਕਹਿੰਦੇ ਹਨ, ਨਾਦੀ ਬੇਦੀ ਸ਼ਬਦੀ ਮੋਨੀ ਜਮ ਕੇ ਪਟੇ ਲਿਖਾਇਆ। ਸੁਰਠ ਰਾਗ ਵੀ ਸ਼ਬਦ ਹੈ 654 ਅੰਕ ਦੇ ਉੱਤੇ। ਸੰਤਾਂ ਤੇ ਗੁਰੂਆਂ ਦਾ ਗੁਰਬਾਣੀ ਨੇ ਅਜਿਹਾ ਕੋਈ ਨਾਦ ਪ੍ਰਵਾਨ ਨਹੀਂ ਕੀਤਾ, ਨਾ ਹੀ ਕੋਈ ਇਹੋ ਜਿਹਾ ਮਹੱਤਵਪੂਰਨ ਉਹਨੂੰ ਦਿੱਤਾ ਹੈ। ਉਹਨਾਂ ਦਾ ਇੱਕੋ ਹੀ ਨਾਦ ਜਿਹੜਾ ਹੈ ਗੁਰਬਾਣੀ ਵਿੱਚ ਗੁਰੂ ਨੂੰ ਹੀ ਨਾਦ ਕਿਹਾ ਗਿਆ ਹੈ, ਗੁਰੂ ਨੂੰ ਹੀ ਵੇਦ ਕਿਹਾ ਗਿਆ ਹੈ। ਗੁਰਮੁਖ ਨਾਦੰਗ ਗੁਰਮੁਖ ਵੇਦੰਗ ਆਪਾਂ ਪੜ੍ਹਦੇ ਹਾਂ। ਸਭ ਨਾਦ ਵੇਦ ਗੁਰਬਾਣੀ ਮਨ ਰਾਤਾ ਸਾਰੰਗ ਪਾਣੀ। ਰਾਮਪੀ ਰਾਗ 879 ਅੰਕ ਦੇ ਉੱਤੇ ਹੈ। ਫਿਰ ਜਦੋਂ ਅਸੀਂ ਕਹਿੰਦੇ ਗੁਰਮੁਖ ਨਾਦੰਗ ਗੁਰਮੁਖ ਵੇਦੰਗ ਗੁਰਮੁਖ ਰਿਹਾ ਸਮਾਈ ਜਪਦੀ ਬਾਣੀ, ਇਹਦਾ ਮਤਲਬ ਗੁਰੂ ਦੀ ਸ਼ਰਨ ਵਿੱਚ ਸਾਰਾ ਕੁਝ ਹੈ। ਗੁਰਬਾਣੀ ਇਹ ਹਠ ਯੋਗ ਦੀ ਕਿਰਿਆ ਨੂੰ ਨਹੀਂ ਮੰਨਦੀ, ਨਾ ਹੀ ਗੁਰਬਾਣੀ ਦਾ ਹਠ ਯੋਗ ਦੇ ਨਾਲ ਕੋਈ ਲੈਣ ਦੇਣ ਹੈ, ਨਾ ਹੀ ਗੁਰਬਾਣੀ ਹਠ ਯੋਗ ਦੀ ਇਸ ਕਿਰਿਆ ਦੇ ਨਾਲ ਸਹਿਮਤੀ ਪ੍ਰਗਟਾਉਂਦੀ ਹੈ। ਗੁਰਬਾਣੀ ਸਹਿਜ ਦਾ ਮਾਰਗ ਹੈ। ਇੱਥੇ ਬਿਨਾਂ ਕਿਸੇ ਸਰੀਰ ਨੂੰ ਕਸ਼ਟ ਦੇਣ ਤੇ, ਬਿਨਾਂ ਕਿਸੇ ਹੋਰ ਫਿਲਾਸਫੀ ਦੇ, ਗੁਰਬਾਣੀ ਦੇ ਵਿੱਚ ਪਰਮ ਪਿਤਾ ਪਰਮੇਸ਼ਰ ਨਾਲ ਮੁਹੱਬਤ ਦੀ ਗੱਲ ਕੀਤੀ ਗਈ ਹੈ। ਜਦੋਂ ਪਰਮ ਪਿਤਾ ਪਰਮੇਸ਼ਰ ਗੁਰੂ ਦੀ ਹੁਕਮ ਮੰਨ ਕੇ ਸਿੱਖ ਗੁਰਬਾਣੀ 'ਚ ਗੱਲ ਸਮਝਾਈ ਗਈ ਕਿ ਜਦੋਂ ਗੁਰੂ ਦੀ ਹੁਕਮ ਮੰਨ ਕੇ, ਗੁਰੂ ਦੀ ਆਗਿਆ ਮੰਨ ਕੇ, ਆਪਣਾ ਭਾਵ ਗਵਾ ਕੇ ਜਦੋਂ ਗੁਰੂ ਅੱਗੇ ਤਰਲਾ ਮਿੰਨਤ ਬੇਨਤੀ ਕਰਦਾ ਹੈ, ਉਸ ਤੋਂ ਬਾਅਦ ਪੂਰੀ ਮਿਹਨਤ ਨੂੰ ਬੂਰ ਲੱਗਦਾ ਹੈ ਤੇ ਉਸ ਮਿਹਨਤ ਵਿੱਚੋਂ ਬਾਜੇ ਪੰਜ ਸ਼ਬਦ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰਗਰਮ ਪਾਇਆ ਤੋ ਜਿਨ ਕੋ ਸੇ ਨਾ ਮਾਰ ਕੇ ਲਾਗੇ। ਉਹ ਬਖਸ਼ਿਸ਼ ਦੇ ਪਾਤਰ ਬਣਦੇ ਹਨ ਤੇ ਉਹਨਾਂ ਦੇ ਵਿੱਚ ਇਹ ਆਵਾਜ਼ ਜਿਹੜੀ ਹੈ ਉਹਨੂੰ ਸਿੱਖ ਨਾਦ ਜਾਂ ਇੱਥੇ ਕੁੰਡਲਨੀ ਜਾਂ ਇੱਥੇ ਖੁੱਲਣੀ ਜਾਂ ਇੱਥੇ ਟਕਰਾਉਣਾ ਜਾਂ ਇੱਥੇ ਵਸਣਾ, ਇਹ ਸਿੱਖੀ ਦਾ ਮਾਰਗ ਨਹੀਂ ਹੈ। ਹਾਲਾਂਕਿ ਤੁਸੀਂ ਦੇਖੋਗੇ ਇੱਕ ਮਤ ਬੜਾ ਮਸ਼ਹੂਰ ਜੋ ਅੱਜ ਕੱਲ੍ਹ ਹੈ, ਰਾਧਾ ਸੁਆਮੀ ਮਤ ਵਿੱਚ ਵੀ ਇਹ ਗੱਲਾਂ ਕੀਤੀਆਂ ਜਾਂਦੀਆਂ ਹਨ ਜੋ ਯੋਗ ਮਤ ਦੀਆਂ ਹਨ। ਪਰ ਸਿੱਖੀ ਦਾ ਮਤ ਨਿਆਰਾ ਹੈ, ਨਿਰਮਲ ਹੈ, ਦੂਜੇ ਧਰਮਾਂ ਤੋਂ ਵੱਖਰਾ ਹੈ। ਦੂਜੇ ਧਰਮਾਂ ਦੇ ਨਾਲ ਇਹਦਾ ਕੋਈ ਲੈਣ ਦੇਣ ਨਹੀਂ, ਇਹਦਾ ਕੋਈ ਸਿਧਾਂਤ ਨਹੀਂ। ਇਹ ਨਿਆਰੇ ਮਤ ਵਿੱਚ ਵੱਖਰੀ ਫਿਲਾਸਫੀ, ਵੱਖਰਾ ਜਿਹੜਾ ਹੈ ਉਹ ਸਿਧਾਂਤ ਦਿੱਤਾ ਗਿਆ ਹੈ। ਤੋ ਇਹ ਨਾਦ ਜਿਹੜਾ ਸ਼ਬਦ ਹੈ ਯੋਗ ਮਤ ਦੇ ਸ਼ਬਦ ਹਨ। ਇਹ ਗੁਰਮਤ ਜਿਹੜੀ ਹੈ ਉਹਦਾ ਨਾਦ ਵੱਖਰਾ ਹੈ, ਉਹ ਅਨਾਹਤ ਨਾਦ ਹੈ, ਲਗਾਤਾਰ ਵੱਜਣ ਵਾਲਾ ਹੈ। ਉਹ ਵਾਜਾ ਟੁੱਟਦਾ ਨਹੀਂ, ਉਹਦਾ ਸਵਾਦ ਖਤਮ ਨਹੀਂ ਹੁੰਦਾ। ਇੱਕ ਰਸ ਆਉਂਦਾ ਹੈ, ਉਹ ਆਈ ਜਾਂਦਾ ਹੈ। ਉਹਦੇ ਸ਼ਬਦ ਸੁਰਤ ਦੇ ਜਿਹੜਾ ਸੁਮੇਲ ਜਦੋਂ ਅਸੀਂ ਕਹਿ ਦਿੰਦੇ ਹਾਂ, ਉਹਦਾ ਇਹੋ ਹੀ ਹੈ ਕਿ ਹਰ ਸਮੇਂ ਉਹਦੀ ਸੁਰਤ ਸ਼ਬਦ ਵਿੱਚ ਜੁੜੀ ਰਹਿਣੀ ਔਰ ਸ਼ਬਦ ਦਾ ਆਨੰਦ ਉਹਦੇ ਅੰਦਰ ਆਉਂਦੇ ਰਹਿਣ। ਇਹਨੂੰ ਸ਼ਬਦ ਸੁਰਤ ਦਾ ਮੇਲ ਕਹਿੰਦੇ। ਅਗਲਾ ਸ਼ਬਦ ਆਉਂਦਾ ਹੈ ਕਿ ਨਾਭ ਕਮਲ। ਇਹ ਵੀ ਬੜਾ ਮਸ਼ਹੂਰ ਸ਼ਬਦ ਹੈ। ਇਹ ਹਿੰਦੂਇਜ਼ਮ ਵਿੱਚ ਇੱਕ ਪ੍ਰਾਤਨ ਰਵਾਇਤ ਇਹ ਹੈ ਕਿ ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਵਿਸ਼ਨੂੰ ਨੇ ਸਮੁੰਦਰ ਦੇ ਉੱਤੇ ਸੁੱਤਾ ਹੋਇਆ ਸੀ, ਜਾਂ ਸਮੁੰਦਰ ਦੀ ਸੇਜਾ 'ਚ, ਤੇ ਲక్ష్ਮੀ ਉਹਨਾਂ ਦੇ ਚਰਨ ਘੁੱਟ ਰਹੀ ਸੀ। ਵਿਸ਼ਨੂੰ ਦੀ ਨਾਭੀ ਵਿੱਚੋਂ ਇੱਕ ਕਮਲ ਪੈਦਾ ਹੋਇਆ। ਨਾਭ ਕਮਲ ਦੀ ਗੱਲ ਕਰ ਰਿਹਾ, ਜਿਹੜੀ ਗੱਲ ਕੀਤੀ ਜਾਂਦੀ ਹੈ, ਜੋ ਰਵਾਇਤਾਂ ਹਨ, ਮੈਂ ਉਹਦਾ ਜ਼ਿਕਰ ਆਪ ਜੀ ਦਾ ਕਰ ਰਿਹਾ ਹੈ ਕਿ ਵਿਸ਼ਨੂੰ ਦੇ
ਨਾਭੀ ਦੇ ਵਿੱਚੋਂ ਇੱਕ ਕਮਲ ਪੈਦਾ ਹੋਇਆ ਤੇ ਇਸ ਕਮਲ ਵਿੱਚੋਂ ਬ੍ਰਹਮਾ ਜੀ ਨੇ ਜਨਮ ਲਿਆ। ਵੀ ਹੁਣ ਤੁਸੀਂ ਆਪੇ ਅੰਦਾਜ਼ੇ ਲਾ ਲਓ ਕਿ ਫੁੱਲ ਵਿੱਚੋਂ ਵੀ ਬੱਚੇ ਜੰਮ ਪੈਂਦੇ ਨੇ, ਇਹ ਅੰਦਾਜ਼ਾ ਤੁਸੀਂ ਆਪ ਹੀ ਲਾ ਸਕਦੇ ਹੋ। ਇਹਨਾਂ ਨੇ ਫਿਰ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ, ਕਿਉਂਕਿ ਉਹਨਾਂ ਦਾ ਮਤ ਕਹਿੰਦਾ ਹੈ ਕਿ ਤਿੰਨ ਵੱਖਰੇ ਵੱਖਰੀਆਂ ਸ਼ਕਤੀਆਂ ਹਨ। ਇੱਕ ਸੰਘਾਰ ਕਰਨ ਵਾਲੀ ਹੈ, ਇੱਕ ਜਨਮ ਦੇਣ ਵਾਲੀ ਹੈ, ਇੱਕ ਖੁਰਾਕ ਦੇਣ ਵਾਲੀ ਹੈ। ਉਹਨਾਂ ਦਾ ਮਤ ਕਹਿੰਦਾ, ਕਹਿੰਦੇ ਹਨ ਕਿ ਬ੍ਰਹਮਾ ਨੂੰ ਆਪਣਾ ਹੰਕਾਰ ਹੋ ਗਿਆ ਵੀ ਮੈਂ ਤਾਂ ਇਹ ਬੜਾ ਵੱਡਾ ਕੰਮ ਕਰ ਲਿਆ, ਸਾਰੀ ਸ੍ਰਿਸ਼ਟੀ ਦੀ ਰਚਨਾ ਮੈਂ ਕਰ ਦਿੱਤੀ ਹੈ, ਮੇਰੀ ਉਤਪਤੀ। ਉਹ ਕਹਿੰਦਾ ਉਹ ਸੋਚਣ ਲੱਗ ਪਿਆ, ਲੈ ਇਹ ਕਮਲ ਤੋਂ ਮੇਰੀ ਪੈਦਾਇਸ਼ ਕਿੱਦਾਂ ਹੋ ਸਕਦੀ ਹੈ, ਮੇਰੀ ਉਤਪਤੀ ਇਹ ਤੋਂ ਹੋਈ ਨਹੀਂ। ਉਹਨੇ ਮਤਲਬ ਹੰਕਾਰ 'ਚ ਗੱਲ ਕਹਿ ਦਿੱਤੀ। ਫਿਰ ਕਹਿੰਦੇ ਨੇ ਅਸਮਾਨੋਂ ਕੋਈ ਆਵਾਜ਼ ਆਈ, ਐਸਾ ਹੀ ਹੈ, ਤੂੰ ਐਵੇਂ ਭੁਲੇਖਾ 'ਚ ਨਾ ਸੰਸਾ ਨਾ ਕਰ। ਕਹਿੰਦੇ ਅਸਮਾਨ ਤੋਂ ਕੋਈ ਆਵਾਜ਼ ਆਈ, ਲੇਕਿਨ ਬ੍ਰਹਮਾ ਨੇ ਗੁੱਸੇ 'ਚ ਆ ਕੇ ਕਮਲ ਨਾਲੀ ਤੇ ਲੱਤ ਮਾਰੀ, ਤੇ ਜਿਸ ਕਰਕੇ ਉਹ ਉਸ ਵਿੱਚ ਹੀ ਗੁੰਮ ਹੋ ਗਿਆ ਕਮਲ ਜਿਹੜਾ ਸੀ, ਤੇ 36 ਯੁੱਗ ਇਸੇ ਵਿੱਚ ਭਟਕਦਾ ਰਿਹਾ। ਇਸ ਗੁਰਬਾਣੀ ਦੇ ਵਿੱਚ ਜਦੋਂ ਇਹ ਗੱਲ ਕੀਤੀ, ਉਹਦੇ 'ਚ ਉਹ ਹਵਾਲਾ ਦਿੱਤਾ ਉਹਦਾ, ਨਾਮ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜ੍ਹੇ ਮੁਖ ਕੰਠ ਸਵਾਰ, ਤਾਂ ਕੋ ਅੰਤ ਨਾ ਜਾਈ ਲਿਖਣਾ, ਆਵਤ ਜਾਤ ਰਹੇ ਗੁਬਾਰ। ਇਹ ਗੁਜਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਇਹਦਾ ਹਵਾਲਾ ਦਿੱਤਾ ਹੈ। ਹਵਾਲੇ ਦੇਣ ਦਾ ਮਤਲਬ ਇਹ ਨਹੀਂ ਹੈ ਕਿ ਗੁਰੂ ਨਾਨਕ ਸਾਹਿਬ ਇਸ ਫਿਲਾਸਫੀ ਨਾਲ ਸਹਿਮਤ ਸਨ। ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਗੱਲ ਕੀਤੀ, ਉਹਦੇ 'ਚ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ ਦੀ ਜਦੋਂ ਗੱਲ ਕੀਤੀ, ਤਾਂ ਗੁਰੂ ਸਾਹਿਬ ਨੇ ਉਹਦਾ ਮਤ ਆਪਣਾ ਅੱਗੇ ਜਾ ਕੇ ਦੱਸਿਆ। ਕਹਿੰਦੇ ਨੇ ਇੱਕ ਸੰਸਾਰੀ ਹੈ, ਇੱਕ ਭੰਡਾਰੀ। ਤੁਸੀਂ ਕਹਿੰਦੇ ਹੋ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਤੁਸੀਂ ਇਹ ਕਹਿੰਦੇ ਹੋ। ਸਤਿਗੁਰੂ ਕਹਿੰਦੇ ਉਹ ਵੇਖੇ, ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹ ਬਿਨਾ। ਸਤਿਗੁਰੂ ਜੀ ਦੀ ਫਿਲਾਸਫੀ ਇਹ ਹੈ, ਉਹ ਵੇਖੇ ਉਸ ਪ੍ਰਮਾਤਮਾ ਦੀ ਬਣਾਈ ਹੋਈ ਖੇਡ ਹੈ। ਨਾ ਹੀ ਕੋਈ ਜਨਮ ਪੈਦਾ ਕਰ ਸਕਦਾ ਹੈ, ਨਾ ਹੀ ਕੋਈ ਰੱਬ ਦਾ ਸ਼ਰੀਕ ਬਣ ਸਕਦਾ, ਨਾ ਹੀ ਕੋਈ ਰੋਜ਼ੀ ਦੇ ਸਕਦਾ, ਨਾ ਹੀ ਮਾਰ ਸਕਦਾ। ਕਰਤੇ ਦੀ ਖੇਡ ਜਿਹੜੀ ਹੈ ਉਹ ਅਲੱਗ ਹੈ, ਉਹਦੇ ਵਿੱਚ ਸਾਰੇ ਗੁਣ। ਉਹ ਪਰਮ ਪਿਤਾ ਪਰਮੇਸ਼ਰ ਇੱਕ ਸ਼ਕਤੀ ਹੈ, ਇੱਕ ਤਾਕਤ ਹੈ। ਪਰਮ ਪਿਤਾ ਪਰਮੇਸ਼ਰ ਇੱਕ ਵੱਡੀ એનર્ਜੀ ਹੈ, ਬਹੁਤ ਵੱਡੀ ਸ਼ਕਤੀ ਹੈ। ਤੋ ਇਹ ਮਨੋਕਲਪਿਤ ਗੱਲਾਂ ਜਿਹੜੀਆਂ ਸਾਨੂੰ ਮਿਲਦੀਆਂ ਹਨ, ਜਿਨ੍ਹਾਂ ਦੀਆਂ ਹਨ ਉਹਨਾਂ ਨੂੰ ਮੁਬਾਰਕ। ਸਾਨੂੰ ਕਿਸੇ ਤੇ ਕੋਈ objection ਥੋੜੀ ਹੈ। ਜਿਹੜੇ ਮੰਨਦੇ ਹਨ ਉਹ ਮੰਨਣ, ਉਹਨਾਂ ਦਾ ਧਰਮ ਇਹ ਗੱਲ ਕਹਿੰਦਾ। ਮੈਂ ਤਾਂ ਕਈ ਵਾਰ ਦੇਖਦਾ ਬਹੁਤ ਬੜੇ ਬੜੇ ਵੱਡੇ ਵੱਡੇ ਐਜੂਕੇਸ਼ਨ ਵਾਲੇ ਲੋਕ ਵੀ ਉਹ ਕਰਮ ਕਾਂਡ ਕਰਦੇ ਹਨ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ। ਹੈਰਾਨ ਮੈਂ, ਉਹ ਕਰ ਵੀ ਰਹੇ ਹਨ ਔਰ ਮੰਨ ਵੀ ਰਹੇ ਹਨ। ਠੀਕ ਹੈ, ਜਿਨ੍ਹਾਂ ਦਾ ਮਤ ਹੈ ਉਹਨਾਂ ਨੂੰ ਇਹ ਚੀਜ਼ਾਂ ਮੁਬਾਰਕ ਹਨ। ਪਰ ਸਿੱਖ ਧਰਮ ਜਿਹੜਾ ਹੈ ਉਹ ਨਿਰਾਲਾ ਤੇ ਨਵਾਂ ਧਰਮ ਹੈ। ਉਹ ਇਹਨਾਂ ਚੀਜ਼ਾਂ ਤੇ ਉੱਤੇ ਵਿਸ਼ਵਾਸ ਨਹੀਂ ਕਰਦਾ। ਇਹਨਾਂ ਦਾ ਸਿਰਫ ਇੱਕੋ ਹੀ ਗੱਲ ਹੈ, ਉਹ ਹੈ ਕਰਤਾ ਪੁਰਖ ਵਾਹਿਗੁਰੂ, ਅਕਾਲ ਪੁਰਖ। ਉਹੀ ਸੰਸਾਰ ਨੂੰ ਬਣਾਉਣ ਵਾਲਾ, ਉਹੀ ਸੰਸਾਰ ਨੂੰ ਖਤਮ ਕਰਨ ਵਾਲਾ ਹੈ, ਉਹੀ ਸੰਸਾਰ ਦੀ ਰਚਨਾ ਕਰਨ ਵਾਲਾ ਹੈ, ਉਹੀ ਰਿਜ਼ਕ ਦੇਣ ਵਾਲਾ ਹੈ, ਤੇ ਉਹੀ ਸੰਸਾਰ ਨੂੰ ਖਤਮ ਕਰਨ ਵਾਲਾ, ਮਾਰ ਮੁਕਾਉਣ ਵਾਲਾ ਵੀ ਉਹੀ ਹੈ। ਤੋ ਨਾਭ ਕਮਲ ਦੀ ਜਿਹੜੀ ਫਿਲਾਸਫੀ ਹੈ ਗੁਰਮਤ ਦਾ, ਉਹਦੇ ਨਾਲ ਸਿਰਫ ਉਦਾਹਰਨ ਦੇ ਤੌਰ ਤੇ ਚੀਜ਼ਾਂ ਵਰਤੀਆਂ ਗੁਰੂ ਪਾਤਸ਼ਾਹ ਨੇ ਦਿੱਤੀਆਂ, ਜਾਂ ਇੱਕ ਇਹ ਕਹਿ ਲਈਏ ਵੀ ਸੰਕੇਤਕ ਸ਼ਬਦ ਹਨ ਜਿਹੜੇ ਵਰਤੇ ਗਏ, ਜੋ ਪ੍ਰਚਲਿਤ ਸ਼ਬਦ ਸਨ, ਉਹਨਾਂ ਸ਼ਬਦਾਂ ਦੀ ਵਰਤੋਂ ਕੀਤੀ ਹੈ, ਨਾ ਕਿ ਗੁਰਮਤ ਦੀ ਕੋਈ ਇਹਨਾਂ ਫਿਲਾਸਫੀ ਦੇ ਨਾਲ ਕੋਈ ਰਿਲੇਸ਼ਨ ਹੈ ਜਾਂ ਵੱਖਰਾ ਸੰਬੰਧ ਹੈ। ਤੋ ਅੱਜ ਇੱਥੇ ਹੀ ਵਿਚਾਰ ਦੀ ਸਮਾਪਤੀ ਕਰਦੇ ਹਾਂ। ਅੱਗੋਂ ਨਾਰਦ ਦੀ ਗੱਲ ਆਏਗੀ, ਨਿੰਦਾ ਦੀ ਗੱਲ ਆਏਗੀ, ਕੁਝ ਹੋਰ ਸ਼ਬਦ ਹਨ ਨੰਨੇ ਦੇ ਉੱਤੇ ਜਿਨ੍ਹਾਂ ਦੀ ਵਿਚਾਰ ਅਸੀਂ ਅੱਗੇ ਜਿਵੇਂ ਜਿਵੇਂ ਸਮਾਂ ਮਿਲੇਗਾ ਉਹ ਕਰਦੇ ਜਾਵਾਂਗੇ। ਨਹਿ ਕਲੰਕ ਸ਼ਬਦ ਆਉਂਦਾ ਹੈ ਇੱਕ, ਜਿਹੜਾ ਗੁਰਬਾਣੀ 'ਚ ਵਰਤਿਆ ਗਿਆ। ਫਿਰ ਨਿਰਵਾਣ ਸ਼ਬਦ ਜਿਹੜਾ ਹੈ ਉਹਦੀ ਵੀ ਇਸਤੇਮਾਲ ਹੋਇਆ। ਫਿਰ ਨਿਸ਼ਾਨ ਸ਼ਬਦ ਦਾ ਵੀ ਇਸਤੇਮਾਲ ਹੋਇਆ। ਤੇ ਇਹ ਸ਼ਬਦ ਹਨ ਜਿਨ੍ਹਾਂ ਦੀ ਵਿਚਾਰ ਅਸੀਂ ਅਗਲੀਆਂ ਕਲਾਸਾਂ ਦੇ ਵਿੱਚ ਜਿਵੇਂ ਜਿਵੇਂ ਸਮਾਂ ਮਿਲੇਗਾ ਉਹ ਕਰਾਂਗੇ। ਤਾਂ ਅੱਜ ਦੀ ਵਿਚਾਰ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਹੋਈਆਂ ਭੁੱਲਾਂ ਦੀ ਆਪ ਪਾਸੋਂ ਦੋ ਹੱਥ ਜੋੜ ਕੇ ਮਾਫੀ ਮੰਗ ਰਿਹਾ ਹਾਂ।
ਸਾਰਿਆਂ ਨੂੰ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।